ਸਾਰਾ ਪਿੰਡ ਕਿਹੜਾ ਆ? ਜੋਗਾਨੰਦ ਪਿੰਡ ਹੈ ਜੀ, ਬਠਿੰਡੇ ਜ਼ਿਲ੍ਹੇ ਚ। ਜੋਬਨ ਜੋਗਾਨੰਦ ਨੰਦ ਸਾਹਿਬ ਤੁਹਾਡੇ ਪਿੰਡ ਜ਼ਿਲ੍ਹੇ ਵਿੱਚ ਹੈ ਕਿ ਜੋਬਾਨੰਦ? ਜੋਗਾਨੰਦ ਜੀ। ਜੋਗਾਨੰਦ ਹੈ ਜੀ। ਹਾਂਜੀ, ਜਿੱਦੇ ਤਾਂ ਕੁੜੀ ਸਕੂਲ ਲਾ ਦੀ ਉਹਦੇ ਦਾ ਖਰਚਾ ਲੈ ਪਾਤਾ, ਕੁੜੀ ਦਾ ਬਰਥਡੇ ਐਂਡ ਕਿਨਾਂ ਨੇ 21 ਨੂੰ ਮਨਾਉਣ ਦਿੱਤਾ। ਹੁਣ ਤੁਸੀਂ ਸਾਡੇ ਨਾਲ ਗੱਲ ਪੰਜਾਬ ਤੋਂ ਕਰ ਰਹੇ ਹੋ। ਤੁਹਾਡੀ ਲੜਕੀ ਕਿੱਥੇ ਹੁਣ ਇਸ ਵੇਲੇ? ਮੇਰੀ ਲੜਕੀ ਦਾ ਮੈਨੂੰ ਪਤਾ ਹੀ ਨਹੀਂ ਆ, ਭਾਂਡੇ ਤੋਂ ਹੀ ਜਾਂਦੀ ਵੇਖ ਲਓ ਜੀ, ਪਤਾ ਨਹੀਂ ਕਿੱਥੇ। ਕਿੰਨੇ ਸਾਲ ਦੀ? ਔਰ ਤੁਹਾਡੇ ਪੂਰੇ ਹੱਕ ਨੇ ਔਰ ਤੁਹਾਡੀ ਸੁਣਵਾਈ ਹੋਵੇਗੀ। ਨਹੀਂ ਤੁਸੀਂ ਉਹਨਾਂ ਨੇ WhatsApp ਨੰਬਰ ਦਿੱਤਾ ਹੋਇਆ, ਉਹਨਾਂ ਨੂੰ WhatsApp ਕਰੋ ਔਰ ਉਸ ਤੋਂ ਬਾਅਦ ਮੈਂ ਤੁਹਾਨੂੰ ਇੱਕ ਤੁਸੀਂ SSP ਕੋ ਦੁਬਾਰਾ ਜਾਓ। SSP ਕੌਣ ਨੇ ਤੁਹਾਡੇ ਮੁਕਤਸਰ ਦੇ? ਓਕੇ, ਤੁਹਾਨੂੰ ਮੈਂ ਕੈਨੇਡਾ ਵਿੱਚ ਰਹਿੰਦਾ ਔਰ ਅਸੀਂ ਸਟੋਰੀਜ਼ ਨੂੰ ਕਵਰ ਕਰ ਰਹੇ ਹਾਂ ਔਰ 40 ਲੱਖ 70 ਲੱਖ ਦਾ ਵਿਕਟਮ ਆ ਔਰ ਤੁਹਾਡੇ ਰਾਈਡਿੰਗ ਵਿੱਚ ਰਹਿ ਰਹੇ ਆ ਔਰ ਮੈਨੂੰ ਬੜਾ ਦੁੱਖ ਹੈ। ਤੁਸੀਂ ਬੜੇ ਸਿਆਣੇ ਹੋ, ਸੁਲਝੇ ਹੋ, ਲੋਕਾਂ ਨੇ ਤੁਹਾਨੂੰ ਜਿਤਾਇਆ ਹੈ, ਲੋਕ ਤੁਹਾਡਾ ਫਿਊਚਰ ਹੈ। ਔਰ ਮੇਰੇ ਲਾਈਨ 'ਚ ਨੇ MLA ਸਾਹਿਬ, ਹੋਲਡ ਰੱਖੋ। ਸੇਵਕ ਜੀ ਤੁਹਾਡੇ MLA ਸਾਹਿਬ ਲਾਈਨ 'ਚ ਨੇ, ਗੱਲ ਕਰੋ। ਸੇਵਕ ਜੀ ਤੁਹਾਡਾ ਜ਼ਿਲ੍ਹਾ ਤੇ ਪਿੰਡ ਕਿਹੜਾ ਹੈ? ਮੇਰਾ ਪਿੰਡ ਬਰਕੰਦੀ ਜੀ, ਮੁਕਤਸਰ ਸਾਹਿਬ ਜ਼ਿਲ੍ਹਾ। ਬਰਕੰਦੀ ਪਿੰਡ, ਮੁਕਤਸਰ ਜ਼ਿਲ੍ਹਾ, ਮੁਕਤਸਰ। ਤਹਿਸੀਲ ਕਿਹੜੀ ਆ? ਤਹਿਸੀਲ ਮੁਕਤਸਰ, ਜ਼ਿਲ੍ਹਾ ਵੀ ਮੁਕਤਸਰ ਆ ਜੀ, ਪਿੰਡ ਬਰਕੰਦੀ ਆ। ਆਪ ਜੀ ਦੇ ਪਿਤਾ ਜੀ ਦਾ ਨਾਮ ਕੀ ਹੈ? ਮੁਖਤਿਆਰ ਸਿੰਘ ਢਾਲੀਵਾਲ ਜੀ। ਮਾਤਾ ਜੀ? ਬਸੰਤ ਕੌਰ ਜੀ। ਕਿੰਨੇ ਭੈਣ ਭਰਾ ਤੁਸੀਂ? ਅਸੀਂ ਜੀ 3 ਭੈਣ ਭਰਾ ਤੇ ਇੱਕ ਭੈਣ ਵੱਡੀ ਹੈ ਸਾਡੀ। ਅੱਛਾ ਜੀ, ਮਾਤਾ ਪਿਤਾ ਠੀਕ ਠਾਕ ਮੈਂ ਨੇ? ਝਾਲੜਾ, ਭਰਾ ਤੋਂ ਛੋਟਾ, 2 ਭੈਣ ਤੋਂ। ਸਰ ਮੁਖਤਿਆਰ ਸਿੰਘ ਤੇ ਬਸੰਤ ਕੌਰ ਠੀਕ ਠਾਕ ਸਿਹਤ ਉਹਨਾਂ ਦੀ? ਨਹੀਂ ਜੀ, ਮੇਰੀ ਮਾਂ ਦੀ ਉਮਰ 92 ਸਾਲ ਹੋ ਗਈ, ਮੇਰੇ ਪਿਓ ਦੀ ਉਮਰ ਡੈਥ ਹੋ ਗਈ 2003 ਚ। ਮਾਤਾ ਜੀ 92 ਸਾਲ ਦੇ ਇਸ ਵੇਲੇ ਦੁੱਖ ਭੋਗ ਰਹੇ ਨੇ। ਤੇ ਉਹ ਜੀ ਦੁੱਖ ਭੋਗ ਰਿਹਾ, ਮੇਰੀ ਭੈਣ ਵੀ, ਮੇਰਾ ਹੀ ਦੁੱਖ ਲੱਗ ਗਿਆ ਨਾ। ਤੁਹਾਡੇ ਬੱਚੇ ਕਿੰਨੇ ਨੇ? ਸ਼ਾਦੀ ਤੁਹਾਡੀ ਕਦੋਂ ਹੋਈ? ਮੇਰੇ ਜੀ 2004 ਚ ਮੇਰਾ ਵਿਆਹ ਹੈ, ਮੇਰੀ ਇੱਕ ਬੇਟੀ ਹੈ 13 ਸਾਲਾਂ ਦੀ। ਤੁਹਾਡਾ ਵਿਆਹ ਕਿਸ ਕਲੈਣੀ ਨਾਲ ਹੋਇਆ? ਮੇਰਾ ਜੀ ਉਹਦਾ ਨਾਮ ਵੀਰਪਾਲ ਕੌਰ ਆ। ਉਹਨੂੰ ਕਲੈਣੀ ਕਹੀਏ ਜਾਂ ਕੀ ਕਹੀਏ? ਕਲੈਣੀ ਜੀ, ਕਲੈਣੀ। ਕਲੈਣੀ ਮਗਰੋਂ ਨਹੀਂ ਲੈਣੀ। ਹਾਂਜੀ ਹਾਂਜੀ। ਪਰ ਲੱਕੀ ਤੁਹਾਡੇ ਮਗਰੋਂ ਲੈ ਚੁੱਕੀ ਹੈ। ਸਾਡੇ ਵਿੱਚ ਕਲੈਣੀ ਫਿਰਦੀ ਹੈ। ਚਲੋ ਮੈਂ ਜੀ ਨਾਲ ਉਹ ਨਹੀਂ, 5 ਬੁੜੀਆਂ ਰਲੀਆਂ। 5 ਹੋਰ ਕਲੈਣੀਆਂ ਨੇ? 5, ਇੱਕ ਤਾਂ ਮੇਰੀ ਸਾਲਿਆ ਰਜੀ, ਮੇਰੇ 24 ਲੱਖ ਰੁਪਇਆ ਲਿਆ, ਜਿਹੜੀ ਜਹਾਜ਼ ਦੀ ਫੋਟੋ ਪਿੱਛੇ ਖੜੀ, ਅਸਲ ਚ ਠੱਗੀ ਉਹਨੇ ਮਾਰੀ। ਮੇਰੇ ਕੋਲ 1.5 ਕਿੱਲਾ ਜ਼ਮੀਨ ਸੀ, ਉਹ ਵਿਕਾ ਕੇ ਉਹਨੇ 24 ਲੱਖ ਰੁਪਇਆ ਮੈਥੋਂ ਲਿਆ। ਸਾਲੇਹਾਰ ਨੇ? 2018 ਚ। ਸਾਲੇਹਾਰ ਤੁਹਾਡੇ ਸਾਲੇ ਦੀ ਵਾਈਫ ਨੇ? ਹਾਂਜੀ, ਮੇਰੇ ਸਾਲ ਦੀ ਵਾਈਫ ਆ। ਸਾਰਾ ਸਾਰਾ ਫੌਜੀ ਹੋਵੇ ਜ਼ਿੰਮੇਵਾਰ ਨੇ। ਜਿਹੜੀ ਭਾਰੀ ਹੈ ਮੋਟੀ ਜਹਾਜ਼ ਦੀ ਮੂਹਰੇ ਫੋਟੋ ਖੜੀ ਹੈ। ਲਓ ਜੀ, ਜਿਹੜੀ ਸ੍ਰੀ ਦੀ ਸਰਬਜੀਤ ਕੌਰ ਆ। ਕੀ ਨਾਮ ਉਹਦਾ? ਸਰਬਜੀਤ ਕੌਰ। ਤੁਹਾਡੇ ਸਾਲੇ ਦਾ ਨਾਮ ਕੀ ਹੈ? ਬੋੜ ਸਿੰਘ ਜੀ। ਕੀ ਨਾਮ? ਬੋੜ ਸਿੰਘ। ਬੋੜ ਸਿੰਘ। ਤੇ ਤੁਹਾਡਾ ਸਾਲਾ ਕੀ ਕੰਮ ਕਰਦਾ? ਤੁਹਾਡਾ ਸਾਲਾ ਕੀ ਕੰਮ ਕਰਦਾ? ਉਹ ਜੀ ਫੌਜੀ ਆ, ਛਾਉਣੀ ਚ, ਬਠਿੰਡੇ। ਉਹ ਫੌਜ ਵਿੱਚ ਇਸ ਵੇਲੇ? ਹਾਂਜੀ। ਤੇ ਬਾਹਰ ਇਹ ਮੌਜਾਂ ਮਾਰ ਰਹੀ ਹੈ? ਹਾਂਜੀ, ਮੌਜਾਂ ਮਾਰੀ। 2 ਵਾਰੀ ਮੇਰੇ ਪੈਸੇ ਤੇ ਮੇਰੀ ਸਾਲੇ ਵਾਰ ਵੀ ਗੇੜਾ ਕੱਢ ਹੋਈ ਆ। ਮੇਰੇ ਕੋਲ ਝੂਠ ਬੋਲਦਾ, ਮੈਂ ਅਮਰੀਕਾ ਦੇ ਮੇਥੋਂ ਪੈਸੇ ਅਮਰੀਕਾ ਦੇ ਲੈ ਰਿਹਾ, ਬਰਾਜ਼ੀਲ ਚ ਰਹੀਆਂ। ਤੁਸੀਂ ਆਪਣੀ ਸਾਲੇਹਾਰ ਨਾਲ ਰਿਸ਼ਤਾ ਕਿਉਂ ਕਾਇਮ ਕੀਤਾ? ਮਤਲਬ ਸਾਲੇ ਯਾਰ ਨਾਲ ਇਉਂ ਰਿਸ਼ਤਾ ਕਾਇਮ ਕੀਤਾ, ਅਸਲ ਚ ਨਾ ਸਾਡੀ ਕੋਈ ਲਵ ਮੈਰਿਜ ਨਹੀਂ, ਕੁਛ ਨਹੀਂ। ਮੇਰੇ ਮਾਮੇ ਦੇ ਮੁੰਡੇ ਦੀ ਸਾਲੇ ਦੀ ਕੁੜੀ ਆ ਜਿਹੜੀ ਮੇਰੇ ਘਰ ਵਾਲੀ। ਠੀਕ ਹੈ। ਸੋ ਮੇਰੇ ਮਾਮੇ ਦੇ ਮੁੰਡੇ ਦਾ ਐਕਸੀਡੈਂਟ ਨਾਲ ਮੌਤ ਹੋ ਗਈ। ਸੇਵਕ ਜੀ ਹੋਲਡ ਔਨ, ਜੋ ਮੈਂ ਪੁੱਛੂੰਗਾ ਸਿਰਫ ਉਹੀ ਜਵਾਬ। ਮੈਨੂੰ ਰਿਸ਼ਤਾ ਪੱਕਾ ਕਰਤਾ। ਸੇਵਕ ਜੀ ਹੋਲਡ ਔਨ ਪਲੀਜ਼, ਮੇਰੇ ਸਿਰ ਦੁਖ ਰਿਹਾ। ਮੈਂ ਬੇਨਤੀ ਕਰੂੰਗਾ ਕਿ ਜਿੰਨਾ ਚਿਰ ਤੁਹਾਨੂੰ ਮੈਂ ਕੋਈ ਗੱਲ ਨਹੀਂ ਪੁੱਛਦਾ ਤੁਸੀਂ ਜਵਾਬ ਨਹੀਂ ਦੇਣਾ। ਜਿਹੜੀ ਮੈਂ ਗੱਲ ਨੂੰ ਪੁੱਛਾਂਗਾ ਉਹਦਾ ਜਵਾਬ ਦੇਣਾ ਸਰ। ਠੀਕ ਹੈ ਸਰ। ਉਨੀ ਗੱਲ ਕਰਨੀ ਹੈ ਜਿਹੜੀ ਮੈਂ ਤੁਹਾਨੂੰ ਪੁੱਛਦਾ ਹਾਂ, ਪਲੀਜ਼। ਠੀਕ ਹੈ ਜੀ ਸਰ। ਤੁਹਾਡੇ ਸਾਰਾ ਪਿੰਡ ਕਿਹੜਾ ਆ? ਜੋਗਾਨੰਦ ਪਿੰਡ ਹੈ ਜੀ, ਬਠਿੰਡੇ ਜ਼ਿਲ੍ਹੇ ਚ। ਜੋਗਾਨੰਦ ਸਾਹਿਬ ਤੁਹਾਡੇ ਜ਼ਿਲ੍ਹੇ ਵਿੱਚ ਹੈ ਕਿ ਜੋਬਾਨੰਦ? ਜੋਗਾਨੰਦ ਜੀ। ਜੋਗਾਨੰਦ ਹੈ ਜੀ। ਹਾਂਜੀ, ਜੇਲ੍ਹ ਕੋਲ ਬਣੀ, ਨਵੀਂ ਜੇਲ੍ਹ ਬਣੀ ਹੈ ਜੋਗਾਨੰਦ ਨਾਲ। ਤੁਹਾਡੇ ਸਹੁਰਾ ਸਾਹਿਬ ਦਾ ਨਾਂ ਕੀ ਹੈ?
ਹਰ ਗੋਬਿੰਦ ਢਿੱਲੋਂ। ਹਰ ਗੋਬਿੰਦ ਢਿੱਲੋਂ। ਤੁਹਾਡੀ ਮਿਸਿਸ ਦੇ ਤੁਹਾਡੀ ਧਰਮ ਪਤਨੀ ਦੀ ਵਾਈਫ ਜਿਹੜੀ ਤੁਹਾਡੀ ਵਾਈਫ ਹੈ ਉਹਦੀ ਮਦਰ ਨਾਂ ਕੀ ਹੈ? ਕੁਲਵੰਤ ਕੌਰ ਜੀ। ਤੁਹਾਡੀ ਕਾਸਟ ਕੀ ਹੈ? ਅਸੀਂ ਜੱਟ ਸਿੱਖਾਂ ਜੀ, ਅਸੀਂ 1.5 ਕਿੱਲਾ ਮੇਰੇ ਕੋਲ ਜ਼ਮੀਨ ਸੀਗੀ, ਜੇ ਜਾਤੀ ਉਹ ਜਾਤੀ ਹੈ ਸਾਡੀ, ਸੇਮ ਕਾਸਟ। ਤੁਹਾਡੀ ਲਵ ਮੈਰਿਜ ਹੋਈ ਸੀ ਜਾਂ ਅਰੇਂਜ? ਲਵ ਮੈਰਿਜ ਨਹੀਂ ਜੀ, ਸਾਡੇ ਤਾਂ ਰਿਸ਼ਤੇਦਾਰੀ ਚੋਂ ਆਪਦੀ ਮੇਰੇ ਮਾਮੇ ਦੇ ਮੁੰਡੇ ਦੇ ਸਾਲੇ ਦੀ ਕੁੜੀ ਹੈ। ਤੇ ਜਿਹੜੀ ਲੇਡੀ ਹੈ ਉਹਦੇ ਨਾਲ ਹੈ ਥੱਲੇ ਉਹਨਾਂ ਦਾ ਸਿੱਧੂ ਸਾਹਿਬ ਨਾਂ ਲਿਖੋ, ਕੁੜੀ ਦਾ ਨਾਮ ਹੈ ਸਾਲੇਹਾਰ ਦਾ ਸਰਬਜੀਤ ਕੌਰ ਜੀ ਨੇ 26 ਲੱਖ ਰੁਪਏ ਦੇ ਵਿੱਚ ਆਪਣੇ ਨੰਦੋਈਏ ਨੂੰ ਨੰਦੋਈਆ ਹੋਇਆ ਨਾ, ਤੁਸੀਂ ਨੰਦੋਈਆ ਲੱਗੇ? ਹਾਂਜੀ ਹਾਂਜੀ, ਉਹਦੇ ਵਿੱਚ ਬੋੜ ਸਿੰਘ ਫੌਜੀ ਆ, ਉਹਨੇ ਜ਼ਿੰਮੇਵਾਰੀ ਲਈ ਚਲੋ ਮੇਰੀ 2 ਕਿੱਲੇ ਜ਼ਮੀਨ ਲਿਖਾ ਲਾ, ਮੈਂ ਉਹਦੇ ਲਿਖਾਈ ਨਹੀਂ, ਮੈਂ ਗਲਤੀ ਕਰ ਗਈ। ਨਹੀਂ, ਸਰਬਜੀਤ ਕੌਰ ਨੇ 26 ਲੱਖ ਰੁਪਈਆ ਕਿਉਂ ਲਿਆ ਤੁਹਾਡੇ ਤੋਂ? 24 ਲੱਖ ਰੁਪਇਆ ਉਹ ਲਿਆ ਜੀ ਜਦੋਂ ਮੈਂ 2018 ਚ ਮੈਂ ਬਾਹਰ ਸੀ, 98 ਦਾ ਬਾਹਰ ਗਿਆ ਮੈਂ ਲਗਲਾਨ ਚ। ਹਾਂ ਹਾਂ। ਤੇ ਇਹ ਨਾ ਮੇਰੀ ਕੁੜੀ ਦਾ ਗੱਲ ਦਾ ਆਪਰੇਸ਼ਨ ਹੋਇਆ, ਮੇਰੀ ਕੁੜੀ ਮੇਰੇ ਕੋਲ ਰੋਣ ਲੱਗ ਗਈ, ਉਦੋਂ ਕੁੜੀ ਸੀਗੀ ਮੇਰੀ ਕੋਈ 8-9 ਸਾਲਾਂ ਦੀ। ਹੂੰ। ਇਹ ਮੈਨੂੰ ਇਹਨਾਂ ਡੈਡੀ ਮੇਰੇ ਨਾਲ ਗੱਲ ਚ ਗੰਢਾ ਬਣ ਗਿਆ ਤੇ ਤੂੰ ਡੈਡੀ, ਮੈਂ ਕਿਹਾ ਪੁੱਤ ਮੈਨੂੰ ਪੈਸੇ ਭੇਜ ਦੇਣ ਨੂੰ ਆਪਰੇਸ਼ਨ ਕਰਾ। ਆਹ ਨਹੀਂ ਡੈਡੀ ਤੂੰ ਕਰਾ, ਮੇਰੇ ਨੂੰ ਰਾਤ ਨੂੰ ਸਾਹ ਨਹੀਂ ਆਉਂਦਾ। ਹੂੰ। ਤੇ ਜੀ ਮੈਂ 18 ਚ ਆ ਗਿਆ, ਇਹਨਾਂ ਨੇ ਮੈਨੂੰ ਬਹਾਨੇ ਨਾਲ ਸੱਦ ਲਿਆ। ਹੂੰ। ਮੇਰਾ ਉੱਥੇ ਵਧੀਆ ਕੰਮ ਸੀ, ਲੋੜ 50-60 ਹਜ਼ਾਰ ਰੁਪਇਆ ਮੈਨੂੰ ਬਣੀ ਨੇ ਮਗਰ ਪੈਸੇ। ਇਹਨਾਂ ਨੇ ਮੇਰਾ ਆ ਕੇ ਪਾਸਪੋਰਟ ਫੜ ਲਿਆ, ਸਰਬਜੀਤ ਆ ਨੂੰ ਤੈਨੂੰ ਅਸੀਂ ਅਮਰੀਕਾ ਭੇਜਣਾ ਸੀ। ਸਰਬਜੀਤ ਕੌਰ ਸਾਲੇਹਾਰ ਇਹ ਰੰਗਦੀਆਂ ਦੋਵੇਂ ਨਨਾਣ ਭਰਜਾਈ। ਹੂੰ। ਤੇ ਇਹਨਾਂ ਨੇ ਮੇਰਾ ਪਾਸਪੋਰਟ ਫੜ ਕੇ ਹੀ ਮੈਂ ਕੁੜੀ ਦਾ ਆਪਰੇਸ਼ਨ ਕਰਾਤਾ ਦਲਜੀਤ ਢਿੱਲੋਂ ਨੇ, ਬਠਿੰਡੇ ਦਲਜੀਤ ਢਿੱਲੋਂ ਡਾਕਟਰ ਆ ਗੱਲ ਦਾ। ਓਕੇ, ਗੱਲ ਆਪਰੇਸ਼ਨ ਹੋ ਗਿਆ ਕੁੜੀ ਦਾ। ਉਸ ਤੋਂ ਬਾਅਦ ਇਹਨਾਂ ਨੇ ਮੇਰੀ ਭੈਣ ਕੋਲੇ ਇਹਨਾਂ ਨੇ ਗੇੜਾ ਬੰਨ ਲਿਆ ਪੰਜਾਬ ਬੁੜੀਆਂ ਨੇ। ਪੰਜ ਬੜੀਆਂ ਕੌਣ ਪੈਸੇ ਸੀ? ਭਾਰਤ ਨੂੰ ਇਕੱਠੇ ਕਰਦੇ ਇਹਨਾਂ ਨੇ ਮੇਰੇ ਤੋਂ 24 ਲੱਖ ਰੁਪਇਆ ਮੈਂ 1.5 ਕਿੱਲਾ ਜ਼ਮੀਨ ਵੇਚ ਕੇ ਦਿੱਤੀ ਜੀ, ਰਜਿਸਟਰੀ ਮੇਰੇ ਕੋਲੇ ਪਈ। ਮੈਂ 20 ਲੱਖ ਰੁਪਏ ਨੂੰ ਕਿੱਲਾ, 1.5 ਕਿੱਲਾ 30 ਲੱਖ ਚ ਜ਼ਮੀਨ ਵੇਚ ਕੇ। ਨਹੀਂ, ਤੁਸੀਂ ਮੈਨੂੰ ਇਹ ਦੱਸੋ ਕਿ ਸਰਬਜੀਤ ਕੌਰ ਦੀ ਦਿਲਚਸਪੀ ਕਿਉਂ ਸੀ ਕਿ ਤੁਹਾਨੂੰ ਅਮਰੀਕਾ ਭੇਜਣ ਦੀ? ਇਹ ਏਜੰਟ ਸੀਗੀ? ਇਹ ਏਜੰਟ ਨਹੀਂ ਸੀ, ਇਹਨਾਂ ਨੇ ਝੂਠ ਬੋਲਿਆ, ਠੱਗੀ ਮਾਰਨੀ ਸੀ। ਮੇਰੇ ਘਰ ਵਾਲੀ ਬਰਾਜ਼ੀਲ ਚ ਆ, ਇਹ 2 ਜਾਵੜੀ ਮੈਨੂੰ ਤੈਨੂੰ ਅਮਰੀਕਾ ਭੇਜਣਾ, ਬਰਾਜ਼ੀਲ ਦੇ ਤਾਂ ਪੈਸੇ ਥੋੜੇ ਲੱਗਦੇ। ਇਹਨਾਂ ਨੇ ਮੇਰੇ ਕੋਲ ਝੂਠ ਬੋਲੇ, ਮੇਰੇ ਘਰ ਵਾਲੀ ਨੂੰ ਨੰਬਰ ਲੈ ਕੇ ਇੰਡੀਆ ਦਾ WhatsApp ਤੇ ਗੱਲ ਕਰਾ ਦਿੰਦੀ ਸੀ। ਜਦ ਤੁਸੀਂ ਮੈਂ ਇੰਡੀਆ ਆਏ ਮੈਂ ਸਕੂਲ ਨਹੀਂ ਗਿਆ ਜੀ। ਜਦ ਤੁਸੀਂ ਇੰਡੀਆ ਆਏ ਆ ਤਾਂ ਤੁਹਾਡੀ ਵਾਈਫ ਨਹੀਂ ਸੀ, ਤੁਹਾਡੀ ਕੁੜੀ ਸੀ ਇੰਡੀਆ ਚ ਇਕੱਲੀ? ਹਾਂਜੀ, ਮੇਰੇ ਘਰ ਵਾਲੀ ਤਾਂ 13 ਸਾਲ ਹੋ ਗਏ, ਮੇਰੇ ਮੱਥੇ ਨਹੀਂ ਲੱਗੀ ਜੀ। ਕੁੜੀ ਨੂੰ ਜਨਮ ਦੇ ਗਈ, ਬਾਅਦ ਚ ਲਗਲਾਨ ਚ ਇੱਥੇ ਆ ਗਈ, ਝੂਠ ਬੋਲ ਕੇ ਮੇਰਾ ਆਪਰੇਸ਼ਨ ਹੋ ਗਿਆ। 2010 ਦੇ ਵਿੱਚ ਮੇਰੇ ਸਹੁਰੇ ਨੇ ਪਾਸਪੋਰਟ ਦਾ ਬਣਾ ਕੇ ਕੁਆਰੀ ਦਾ ਇਹਨੂੰ ਇੰਗਲੈਂਡ ਭੇਜਤਾ ਸੀ ਨੈਕਸਟ ਕਾ। ਹੁਣ ਤੁਹਾਡੀ ਵਾਈਫ ਇੰਗਲੈਂਡ ਦੇ ਵਿੱਚ ਹੈ ਕਲੈਣੀ ਵੀਰਪਾਲ ਕੌਰ? ਇਹ ਇੰਗਲੈਂਡ ਤੋਂ ਉੱਥੇ ਬਰਾਜ਼ੀਲ ਜਾਵੜੀ, ਮੈਨੂੰ ਉਹਦੀ ਮੈਂ ਅਮਰੀਕਾ ਉੱਠ ਗਈ। ਇਹਨਾਂ ਨੇ ਸਾਰੇ ਟੱਬਰ ਨੇ ਪਲਾਨ ਬਣਾ ਲਿਆ ਜੀ ਅਮਰੀਕਾ ਦਾ। ਜਿਹੜੀ ਸਰਬਜੀਤ ਕੌਰ ਜਿਹੜੀ ਆ ਇਹ ਕਿਹੜੇ ਪਿੰਡ ਦੀ ਆ? ਇਹ ਬਠਿੰਡੇ ਦੀ ਹੈ ਜੀ। ਉੱਥੇ ਇੱਧਰ ਪਿੰਡ ਆ ਮੁਕਤਸਰ ਜ਼ਿਲ੍ਹੇ ਚ, ਪਿੰਡ ਚੌਂਪਰਾ ਇੱਧਰ ਦੀ ਆ, ਤੇ ਹੈ ਰਹਿੰਦਾ ਬਠਿੰਡੇ। ਸੋ ਇਹਦੇ ਘਰ ਬੜਾ ਫੌਜ ਵਿੱਚ ਇਸ ਵੇਲੇ ਫੌਜੀ ਆ? ਹਾਂਜੀ, ਇਹ ਫੌਜ ਆ। ਉਹਦੇ ਘਰ ਵਾਲੇ ਦੇ ਜ਼ਿੰਮੇਵਾਰ ਜੀ ਮੈਂ ਪੈਸੇ ਦਿੱਤੇ ਆ। ਤੇ ਇਹ ਪੂਰੀ ਮਸਤੀਆਂ ਇਹ ਮੇਰੇ ਨਾਲ 2 ਕਿੱਲੇ ਜ਼ਮੀਨ ਹੈ, ਮੇਰੀ ਪੈਲੀ ਦਿਖਾ ਲਾ। ਇੱਕ ਮਿੰਟ ਹੋਲਡ ਔਨ, ਇਹ ਮੈਂ ਉਹ ਸਾਲਾ ਹੋਲਡ ਔਨ, ਇਹ ਪੂਰੀ ਮਸਤੀਆਂ ਮਾਰਨ ਵਾਲੀ ਔਰਤ ਹੈ? ਹਾਂਜੀ, ਪੂਰੀ ਮਸਤੀ ਮਾਣਦੀ ਆ? ਹਾਂਜੀ, ਪੂਰੀ ਮਾਸਤੀਆ ਦੀ ਫੋਟੋ ਵੇਖ ਲਓ, ਹਾਲ ਚਾਲ ਖਰੀ। 2 ਵਾਰੀ ਮੇਰੇ ਪੈਸੇ ਦੇ ਜਿਹੜਾ ਕੱਢੇ ਬਰਾਜ਼ੀਲ ਚ। ਸੋ ਤੁਹਾਡੇ ਨਾਲ ਇਹਦੇ ਰਿਲੇਸ਼ਨ ਕਿਹੋ ਜਿਹਾ ਰਹੇ ਆ? ਕਿਹਦੇ ਨਾਲ ਜੀ? ਤੁਹਾਡੀ ਜਿਹੜੀ ਸਾਲੇਹਾਰ ਆ? ਸਾਰੇ ਹਾਰ ਉਹਦਾ ਐ ਰਹੇ ਜੀ, ਮਿੱਠੀ ਝੌਂਕੀ ਦੀ ਬਣ ਗਈ, ਜਾਨੀ ਮੈਂ ਆਪਦੀ ਭੈਣ ਤੋਂ ਵੀ ਵੱਧ ਉਹਨੂੰ ਪਿਆਰ ਕੀਤਾ। ਆਪਦੀ ਮੇਰੇ ਇੱਕ ਭੈਣ ਹੈ, ਮੈਂ ਆਪਦੀ ਭੈਣ ਨੂੰ ਛੱਡ ਚੁੱਕਿਆ ਸੀ, ਉਹਨੂੰ ਮੈਂ ਦੂਜੀ ਭੈਣ ਮੰਨ ਲਿਆ। ਤੁਹਾਡੇ ਸਹੁਰਿਆਂ ਨੇ ਕਿੰਨੀ ਠੱਗੀ ਮਾਰੀ ਤੁਹਾਡੇ ਨਾਲ? ਮੇਰੇ ਨਾਲ ਜੀ ਮੈਨੂੰ ਜਦੋਂ ਮੈਂ 2004 ਚ ਮੇਰਾ ਵਿਆਹ ਹੋ ਗਿਆ, ਮੇਰੇ ਨਾਲ ਘੱਟੋ ਘੱਟ ਵੱਜੀ ਤਾਂ ਮੇਰੇ ਨਾਲ 70 ਲੱਖ ਦੀ। ਮੇਰੇ ਕੋਲ 25 ਲੱਖ ਦੇ 20 ਲੱਖ ਦੇ ਪ੍ਰੂਫ ਪੱਕੇ ਪਏ। ਨਹੀਂ, 24 ਲੱਖ ਤਾਂ ਸਰਬਜੀਤ ਕੌਰ ਨੇ ਲੈ ਲਿਆ ਤੁਹਾਡੀ ਸਾਲੇਹਾਰ ਨੇ, ਤੇ ਬਾਕੀ ਦੇ ਪੈਸੇ ਕਿਹਨੇ ਖਾਦੇ? ਲੈ ਲੈਣਾ ਮੈਥੋਂ, ਉਹ ਲੈ ਲਿਆ 6 ਲੱਖ ਤਾਂ ਮੈਥੋਂ ਪਹਿਲਾਂ 18 ਚ ਨਗਦੀ ਲੈ ਲਿਆ ਜਦੋਂ ਮੈਂ ਕੁੜੀ ਦਾ ਆਪਰੇਸ਼ਨ ਕਰਾ ਲਿਆ। ਮੈਂ ਸਮਝ ਗਿਆ, ਆਪਣਾ ਟੂਰਿਸਟ ਵੀਜ਼ਾ ਲਵਾਉਣੀ ਮੈਂ ਸਮਝ ਗਿਆ। 6 ਲੱਖ ਤਾਂ ਉਦੋਂ ਮੈਥੋਂ 8000 ਨੇ, 18 ਲੱਖ ਮੇਰੇ ਕੋਲੇ ਪ੍ਰੂਫ ਹੈ, ਬੈਂਕ ਰਾਹੀਂ ਭੇਜਿਆ ਨੇ। ਬਾਕੀ 70 ਲੱਖ ਕਿੱਦਾਂ ਬਣਾ ਲਿਆ ਤੁਸੀਂ? ਇੱਕ ਜਦੋਂ ਮੈਂ 14 ਲੱਖ ਗਿਆ ਸੀ ਉਦੋਂ ਵੀ ਆਣੀ ਨਾ ਮੇਰੇ ਘਰ ਆਈ, ਕਹਿੰਦੀ ਮੇਰੇ ਭਾਪੇ ਨੇ ਮੈਨੂੰ ਪਲਾਟ ਲੈ ਕੇ ਦਿੱਤਾ। ਹਾਂ, ਉਹਦੀ ਮੈਂ ਕਿਸ਼ਤਾਂ ਹੀ ਭਰਦਾ ਰਿਹਾ, 14 ਲੱਖ ਚ ਪਲਾਟ ਲਿਆ 400 ਗਜ ਦਾ 2005 ਚ।
ਸੋ ਪਲਾਟ ਕੋਈ ਨਹੀਂ ਮੈਨੇ ਕਹਿੰਦਾ ਕੋਈ ਨਹੀਂ ਨਾ ਮੇਰੇ ਪਤਾ ਨਹੀਂ ਖਾ ਕੇ ਵੇਚ ਕੇ ਜਾਂ ਕੋਈ ਉਸ ਤੋਂ ਬਾਅਦ ਮੈਂ ਇਹਦੀਆਂ ਕਿਸ਼ਤਾਂ ਭਰਦਾ ਰਿਹਾ ਤੇ ਇੰਗਲੈਂਡ ਦੇ ਵਿੱਚ ਲੈ ਭੇਜੀ 3 ਸਾਲ ਲਾ ਗਈ ਮੇਰੇ ਕੋਲ ਸਾਰੇ ਖਰਚਾ ਮੈਂ ਕੀਤਾ ਕੁੜੀ ਦਾ ਅੱਜ ਤੱਕ 40,000 ਰੁਪਇਆ ਮੈਂ ਜਿੱਦੇ ਤੋਂ ਕੁੜੀ ਸਕੂਲ ਲਾ ਦੀ ਉਹਦੇ ਦਾ ਖਰਚਾ ਮੈਂ ਭਰਦਾ ਕੁੜੀ ਦਾ ਬਰਥਡੇ ਐਂਡ ਕਿ ਮੈਨੂੰ 21 ਨੂੰ ਮਨਾਉਣ ਦਿੱਤਾ ਹੁਣ ਤੁਸੀਂ ਆਪਣਾ ਗੱਲ ਪੰਜਾਬ ਤੋਂ ਕਰ ਰਹੇ ਹੋ ਤੁਹਾਡੀ ਲੜਕੀ ਦਾ 2 ਮਹੀਨੇ 23 ਤਰੀਕ ਨੂੰ ਮੈਂ ਬਰਥਡੇ ਮਨਾਉਣਾ ਤੁਹਾਡੀ ਲੜਕੀ ਕਿੱਥੇ ਹੁਣ ਇਸ ਵੇਲੇ ਮੇਰੀ ਲੜਕੀ ਦਾ ਮੈਨੂੰ ਪਤਾ ਹੀ ਨਹੀਂ ਆ ਭਾਂਡੇ ਧੋਈ ਜਾਂਦੀ ਦੇਖ ਲਓ ਜੀ ਪਤਾ ਨਹੀਂ ਕਿੱਥੇ ਕਿੰਨੇ ਸਾਲ ਦੀ ਹੋ ਗਈ ਹੈ ਤੁਹਾਨੂੰ ਪਤਾ ਨਹੀਂ ਕਿਹਦੇ ਕੋਲ ਹੈ ਲੜਕੀ ਤੁਹਾਡੀ ਮੈਨੂੰ ਝੂਠ ਮਾਰ ਕੇ ਉੱਠ ਗਈ ਸਾਡਾ ਰਾਜੀਨਾਮਾ ਹੋ ਗਿਆ ਸੀ ਤਾਂ 21 ਦੇ ਵਿੱਚ ਆਈ ਆ ਮੇਰਾ ਖੌਰਾ ਹੀ ਲੈ ਕੇ ਆਇਆ ਮੇਰਾ ਖੌਰਾ ਚੜਾ ਕੇ ਆਇਆ ਨਹੀਂ ਆਦੇ ਨਾ ਮੇਰੀ ਘਰ ਵਾਲੀ ਮੈਂ ਇਹਨੂੰ ਕੁੜੀ ਨੂੰ ਗੰਗਾ ਨਗਰ ਛੱਡਣ ਚੱਲੀ ਮੇਰੀ ਮਾਤਾ ਨੂੰ ਮੈਂ ਵੀਡੀਓ ਕਾਲ ਕਰਕੇ ਵੀ ਮੇਰੀ ਮਾਤਾ ਨਾਲ ਤਾਂ ਲੈਟ ਨਹੀਂ ਕਰ ਸਕਦੀ ਮੈਂ ਪਿਸ਼ਾਬ ਕਰਦੀ ਮੈਂ ਹੀ ਨਿਭਾਉਣਾ ਉਹਨੂੰ ਮੈਂ ਹੀ ਰੋਟੀ ਖਵਾਉਣੀ ਸੇਵਕ ਜੀ ਮੈਂ ਪੁੱਛਣਾ ਚਾਹ ਰਿਹਾ ਤੁਹਾਡੇ ਕੋਲੋਂ ਇੱਕ ਮਿੰਟ ਹੋਲਡ ਔਨ ਪਲੀਜ਼ ਸਟਾਪ ਇਟ ਮੈਂ ਤੁਹਾਨੂੰ ਪੁੱਛਿਆ ਉਹਦੀ ਗੱਲ ਕਰੋ ਜਿਹੜੀ ਤੁਹਾਨੂੰ ਪੁੱਛ ਰਿਹਾ ਮੈਂ ਬਾਰ-ਬਾਰ ਬੇਨਤੀ ਕਰ ਰਿਹਾ ਕੋਈ ਨਹੀਂ ਸੌਰੀ ਤੁਹਾਡੀ ਲੜਕੀ ਜਿਹੜੀ ਆ ਉਹਦੇ ਨਾਲ ਤੁਹਾਡੀ ਗੱਲ ਕਦੋਂ ਹੋਈ ਹੁਣ ਆਖਰ ਵਿੱਚ ਕਿੱਥੇ ਲੜਕੀ ਉਹ ਆਖਰੀ ਗੱਲ ਜੀ ਉਹਦੇ ਹੋਈ ਆ ਮੈਨੂੰ ਮੇਰੀ ਲੜਕੀ ਕਹਿੰਦੀ ਨਾ ਮੈਂ ਗੰਗਾ ਨਗਰ ਡੈਰੀ ਹੋਸਟਲ 'ਚ ਰਹਿਣਾ ਮੇਰਾ ਸਵਾਲ ਹੈ ਤੁਹਾਡੀ ਗੱਲ ਕਦੋਂ ਲੜਕੀ ਨਾਲ ਹੋਈ ਤੇ ਕਦੋਂ ਵੇਖੀ ਤੁਸੀਂ ਆਖਰੀ ਵਾਰੀ ਅੱਜ 4 ਮਹੀਨੇ ਹੋ ਗਏ 4 ਮਹੀਨੇ 4 ਮਹੀਨੇ ਹੋ ਗਏ ਮੇਰੇ ਘਰ ਵਾਲੀ ਗਈ ਨੂੰ 4 ਮਹੀਨੇ ਹੋ ਗਏ ਮੇਰੀ ਕਿਸੇ ਪਰਿਵਾਰ ਨਾਲ ਗੱਲ ਨਹੀਂ ਨਾ ਮੇਰੀ ਲੜਕੀ ਨਾਲ ਨਾ ਕਿਸੇ ਨਾਲ ਤੁਹਾਡੀ ਵਾਈਫ ਤੁਹਾਡੇ ਕੋਲ ਆਣ ਕੇ ਰਹੀ ਹੈ ਇੱਥੇ ਹਾਂ ਰਹੀ ਹੈ ਸਾਡਾ ਰਾਜੀਨਾਮਾ ਵੇਖੀ ਜਾ ਗਈ ਓਕੇ ਤੁਸੀਂ ਆਪਣੇ ਸਰੀਰਕ ਸੰਬੰਧ ਬਣਾਏ ਦੁਬਾਰਾ ਨਾ ਜੀ ਨਾ ਮੇਰੇ ਸਰੀਰ ਸੰਬੰਧ ਮੈਨੂੰ ਉਹ ਆਉਂਦੀ ਸੀ ਮੈਨੂੰ ਇੱਕ ਫੋਟੋ ਦਿਖਾਤੀ ਉਹਦੀ ਮੈਂ ਤੈਨੂੰ ਉੱਥੇ ਬਾਹਰ ਲੈ ਜੂੰਗੀ ਫਿਰ ਉੱਥੇ ਮੈਂ ਗੋਰੀਆਂ ਵਿਆਹ ਕਰੂੰਗੀ ਆਪਣਾ ਰਿਸ਼ਤੇਦਾਰ ਆਪਾਂ ਕੁੜੀ ਨੂੰ ਵੇਖ ਕੇ ਜਾਣਾ ਮਤਲਬ ਤੁਹਾਡੇ ਨਾਲ ਕਿੰਨੇ ਮਹੀਨੇ ਰਹੀ ਆਣ ਕੇ ਕਿੰਨੇ ਸਾਲਾਂ ਬਾਅਦ ਕਿੰਨੇ ਮਹੀਨੇ ਰਹੀ ਹੈ 12 ਸਾਲਾਂ ਬਾਅਦ ਆ ਕੇ ਮੇਰੇ ਨਾਲ ਰਹੀ ਆ ਜਦੋਂ ਲੜਾਈ ਸਾਡੀ ਪੂਰੀ ਮੈਂ ਕੇਸ ਕੂਸ ਕਰਤੇ ਉਦੋਂ ਰਹੀ 2 ਮਹੀਨੇ 2 ਮਹੀਨੇ ਵਿੱਚ ਤੁਸੀਂ ਹਸਬੈਂਡ ਵਾਈਫ ਵਾਂਗੂ ਇਕੱਠੇ ਸੁੱਤੇ ਹੋ ਪਿਆਰ ਕੀਤਾ ਇੱਕ ਦੂਜੇ ਨੂੰ ਨਾ ਜੀ ਨਾ ਮੇਰੀ ਕੁੜੀ ਨੇ 13 ਸਾਲ ਦੀ ਫਿਰ ਮੈਂ ਕੋਰਟ ਕੀਤੀ ਉਹਨੇ ਕੁੜੀ ਠਾਲ ਨਹੀਂ ਮੇਰਾ ਸਵਾਲ ਜਿਹੜਾ ਹੈ ਸਵਾਲ ਦਾ ਜਵਾਬ ਦਿਓ ਸਾਫ਼ ਸਪਸ਼ਟ ਤੁਹਾਡੇ ਰਿਲੇਸ਼ਨ ਤੁਹਾਡੇ ਫਿਜ਼ੀਕਲ ਤੁਹਾਡੇ ਸਰੀਰਕ ਸੰਬੰਧ ਹੋਏ ਨਹੀਂ ਕੋਈ ਨਹੀਂ 13 ਸਾਲ ਜੋ ਕੁੜੀ ਨੂੰ ਜਨਮ ਦੇਤਾ ਉਸ ਤੋਂ ਬਾਅਦ ਆਪਣੇ ਰਿਲੇਸ਼ਨ ਨਹੀਂ ਬਣੇ ਨਿਰਲਾਨ ਚ ਬਣੇ ਮੇਰੇ ਰਿਲੇਸ਼ਨ ਬਾਅਦ ਨਹੀਂ ਇੱਥੇ ਇੰਡੀਆ ਵਿੱਚ ਹੁਣ ਤੱਕ 2 ਮਹੀਨੇ 4 ਮਹੀਨੇ ਰਹਿ ਗਈ ਆ ਤੁਸੀਂ ਇੱਕ ਕਮਰੇ 'ਚ ਮਤਲਬ ਆਰਾਮ ਨਹੀਂ ਫਰਮਾਇਆ ਮੇਰੀ ਵੀ ਸਹੁਰਾ ਮੇਰਾ ਛੱਡ ਕੇ ਗਿਆ ਉਹਨੇ ਮੇਰੀ ਮਾਂ ਦਾ ਮੰਜਾ ਲੈ ਕੇ ਧੂਕੇ ਅੰਦਰ ਉੱਠ ਗਈ ਰਾਤ ਨੂੰ ਚੀਕਾਂ ਮਾਰੇ ਤੜਕੇ ਨੂੰ ਮੈਨੂੰ ਕੋਲੋਂ ਨੰਬਰ ਲੈ ਗਿਆ ਮੁੜ ਕੇ ਮੇਰੀ ਸੱਸ ਆਈ ਮੇਰੀ ਸੱਸ ਦੇ ਭਾਂਡੇ ਤੋਂ ਮੇਰੀ ਸੱਸ ਆਈ ਨਾ ਬਾਈ ਤੇਰਾ ਵਿਆਹ ਉੱਥੇ ਕਰਾਂਗੇ ਤੇਰੇ ਭਾਂਡੇ ਨਹੀਂ ਧੋਣੇ ਰਾਤ ਨੂੰ ਭਾਂਡੇ ਜੂਠੇ ਮੈਂ ਦੀ ਸੱਸ ਦੇ ਗੱਲ ਤੇ ਘਰ ਆਈ ਤੇ ਕੁੜੀ ਦੇ ਮੈਂ ਧੋਤੇ ਮੇਰਾ ਸਵਾਲ ਇਹ ਨਹੀਂ ਹੈ ਸਵਾਲ ਦਾ ਜਵਾਬ ਨਹੀਂ ਦੇ ਰਹੇ ਤੁਸੀਂ ਦੁਬਾਰਾ ਇਕੱਠੇ ਹੋਏ 12 ਸਾਲ ਬਾਅਦ ਤੁਸੀਂ ਹਸਬੈਂਡ ਵਾਈਫ ਵਾਂਗੂ ਰਹੇ ਹੋ ਕਿਸੇ ਬੱਚੇ ਨੂੰ ਜਨਮ ਦੇਣ ਦੀ ਕੋਸ਼ਿਸ਼ ਕੀਤੀ ਦੁਬਾਰਾ ਇੱਕ ਬੱਚਾ ਹੋਰ ਲੈ ਲਈਏ ਨਾ ਜੀ ਨਾ ਮੈਂ ਉਹ ਕਿਸੇ ਨਹੀਂ ਕੀਤਾ ਓ ਮਾਈ ਗॉड ਮਤਲਬ ਹੁਣ ਤੁਹਾਨੂੰ ਟੱਚ ਵੀ ਨਹੀਂ ਕਰ ਦਿੱਤਾ ਤੁਸੀਂ ਨਹੀਂ ਕੀਤਾ ਜਾਂ ਕਰ ਨਹੀਂ ਦਿੱਤਾ ਤੁਹਾਨੂੰ ਕਿਸ ਕਰਨ ਨੂੰ ਤਾਂ ਬੰਦਾ ਕਿਹੜਾ ਹੁੰਦਾ ਮੈਂ ਤੁਹਾਨੂੰ ਪਿਆਰ ਕਰਦਾ ਸੌਣ ਲੱਗੇ ਮੈਂ 1.5 ਕਿੱਲਾ ਜ਼ਮੀਨ ਕਿਉਂ ਵੇਚਦਾ ਜੇ ਮੈਂ ਨਾ ਉਹਨੂੰ ਪਿਆਰ ਕਰਦਾ ਮਤਲਬ ਤੁਹਾਨੂੰ ਪਿਆਰ ਨਹੀਂ ਕੀਤਾ ਮਤਲਬ ਤੁਹਾਡੇ ਨੂੰ ਟੱਚ ਨਹੀਂ ਕਰ ਦਿੱਤਾ ਉਹਨੇ ਨਾ ਜੀ ਨਾ ਮੈਨੂੰ ਮੇਰੀ ਮਾਂ ਦਾ ਮੰਜਾ ਧੂਲਿਆ ਮਤਲਬ ਤੁਹਾਡੇ ਨਾਲ ਉਹਨੇ ਕੋਈ ਵੀ ਸੰਬੰਧ ਨਹੀਂ ਰੱਖੇ ਨਾ ਜੀ ਨਾ ਕੋਈ ਨਹੀਂ ਰੱਖੇ ਹੁਣ ਕਿੱਥੇ ਚਲ ਗਈ ਹੈ ਉਹ ਕਿੱਥੇ ਗਈ ਹੈ ਉਹ ਬੜਾ ਚੀਜ਼ ਹੈ ਇਸ ਟਾਈਮ ਤੁਹਾਡੇ ਜਿਹੜੀ ਸਰਬਜੀਤ ਕੌਰ ਹੈ ਉਹਦਾ ਨੰਬਰ ਹੈ ਤੁਹਾਡੇ ਕੋਲ ਮੈਂ ਭੇਜਿਆ ਜੀ ਆਵੇ ਸਾਰੇ ਮੈਂ ਹੁਣ ਵੀ ਭੇਜ ਦੇ ਸਕਦਾ ਜੇ ਤੁਹਾਨੂੰ ਭੇਜ ਸਰ ਸਾਹਿਬ ਤੁਸੀਂ ਅਸੀਂ ਲਾਈਨ ਤੇ ਲਿਆ ਰਹੇ ਹਾਂ ਅੱਛਾ ਤੁਸੀਂ 70 ਲੱਖ ਦਾ ਕਲੇਮ ਕਰਦੇ ਹੋ 24 ਲੱਖ ਤਾਂ ਮੈਂ ਮੰਨ ਗਿਆ ਔਰ ਇੱਕ 14 ਲੱਖ ਦਾ ਪਲਾਟ ਦੀ ਬਣ ਗਿਆ ਬਾਕੀ ਦਾ ਹੋਰ ਪੈਸਾ ਕਿੱਥੇ ਗਿਆ ਤੁਹਾਡਾ ਬਾਕੀ ਵੀ ਇਹ 2009 ਦੇ ਵਿੱਚ ਉਹਨੇ ਜਨਮ ਦਿੱਤਾ ਨਾ ਕੁੜੀ ਨੂੰ ਉਹ ਮੈਂ ਉਹਨੂੰ ਇੰਗਲੈਂਡ ਭੇਜਣ ਦੇ ਪੈਸੇ ਮੇਰੇ ਖਰਚੇ ਆਇਆ ਉਸ ਤੋਂ ਬਾਅਦ ਮੇਰੀਆਂ ਕਿਸ਼ਤਾਂ ਫੀਸਾਂ ਭਰਦਾ ਨਾ ਇੰਗਲੈਂਡ ਦੇ ਵਿੱਚ ਤੇ 2011 ਜਦੋਂ ਮੈਂ 5 ਲੱਖ ਰੁਪਇਆ ਮੈਂ ਖਾਤੇ 'ਚ ਜਮ੍ਹਾਂ ਕਰਾ ਕੇ ਮੈਂ ਅਨਪੜ੍ਹ ਬੰਦਾ ਇਹਨਾਂ ਨੇ ਮੁਲਾਜ਼ਮ ਸੱਦ ਕੇ ਉੱਥੇ ਇਹਨਾਂ ਨੇ ਮੇਰੇ ਕੂਠੇ ਲਵਾਏ ਮੇਰਾ ਸਹੁਰਾ ਕਰਾਉਂਦਾ ਉਹ ਮੇਰੇ ਕੋਲ ਸਟੇਟਮੈਂਟਾਂ ਪਈਆਂ ਉਹ ATM ਨਹੀਂ ਕਰਾਉਂਦਾ ATM ਨੂੰ ਇਹਨਾਂ ਨੇ ਮੇਰਾ ਲੁਕੋਲਿਆ ਜਾਣ ਕੇ ਉਹਨਾਂ ਮੁਲਾਜ਼ਮ ਰਲ ਕੇ ATM ਆਇਆ ਨਹੀਂ ਉਸ ਤੋਂ ਬਾਅਦ 16 ਦੇ ਨਾਲ ਮੇਰੇ ਘਰ ਆਈ 12 ਤੋਂ ਲੈ ਕੇ 16 ਤੱਕ ਨੇ ਮੇਰੇ 5 ਲੱਖ ਰੁਪਇਆ ਕਢਾ ਖਾ ਗਏ ਜਿਹੜੇ ਤੁਸੀਂ ਬੈਂਕ ਵਿੱਚ 6 ਲੱਖ ਰੁਪਏ ਦਿੱਤੇ ਸਰਬਜੀਤ ਕੌਰ ਨੂੰ ਉਹਦੇ ਅਕਾਊਂਟ ਵਿੱਚ ਪਾਇਆ ਸੀ
ਉਹਨੇ 18 ਲੱਖ ਪਾਇਆ ਜੀ, 6 ਲੱਖ ਨਗਦ ਦਿੱਤਾ। ਕਿਹਦੇ ਅਕਾਊਂਟ ਵਿੱਚ ਪਾਇਆ? ਸਰਬਜੀਤ ਦੇ? ਹਾਂਜੀ ਸਰਬਜੀਤ ਜੀ। ਤੁਸੀਂ ਪੁਲਿਸ ਨੂੰ ਇਨਫੋਰਮ ਕੀਤਾ ਕਿ ਤੁਹਾਡੇ ਨਾਲ ਫਰਾਡ ਹੋਇਆ? ਕੀਤਾ ਜੀ। ਮੈਂ ਨਾ ਚੌਥੇ ਮਹੀਨੇ ਦੀ ਮੇਰੇ ਘਰ ਵਾਲੀ ਗਈ ਆ, ਅੱਜ ਹੋ ਗਏ ਮੈਂ ਰੋਜ਼ ਕਿਤੇ SSP ਦਫ਼ਤਰ, ਕਿਤੇ DSP ਦਫ਼ਤਰ, ਕਿਤੇ ਜਾਣਾ। ਮੇਰੀ ਸਗੋਂ NRI ਥਾਣੇ 'ਚ ਮੈਂ ਦਰਖਾਸਤ ਦਿੱਤੀ ਆ, ਉੱਥੇ ਵੀ ਮੇਰੇ ਕਦੀ ਸੋਮੇ ਚੰਨ ਚ ਕਿ ਉੱਥੇ ਹੀ ਮੇਰੇ ਤੇ ਮੇਰੇ ਭਣੋਈਏ ਦੀ ਬੇਇੱਜ਼ਤੀ ਕੀਤੀ ਉਹਨੇ। ਮੈਨੂੰ ਤੇਰੇ ਪਸਤਾਉ ਰੱਖ, ਪੈਸੇ ਲੈ ਨਾ ਦਿੰਦਾ, ਐ ਕਰ ਉਹ ਪੈਸੇ ਦੇਂਦੇ ਆ ਜਾਂ ਕੋਈ ਟੈਕਨੀਕਲ ਮਿਲਦਾ ਸੀ ਹਮੈਸ ਲਗਾ ਲਈ। ਨਹੀਂ ਪਿਸਤੌਲ ਕਿਉਂ ਰੱਖਿਆ ਤੁਹਾਡੇ? ਮੈਨੂੰ ਨਾ DSP ਮੈਨੂੰ ਕਹਿੰਦਾ ਵੀ ਤੂੰ ਨਾ ਦਿੰਦਾ ਪੈਸੇ, ਤੇਰੇ ਕਿਹੜਾ ਨਾ ਉਹਨਾਂ ਦੇ ਕੰਨ ਤੇ ਪਸਤੌਲ ਰੱਖ ਕੇ ਪੈਸੇ ਜ਼ਬਰਦਸਤੀ ਲਏ, ਤੂੰ ਨਾ ਦਿੰਦਾ, ਤੂੰ ਕਿਉਂ ਦਿੱਤੇ? ਇਹ ਡਿਪਟੀ ਦੀ ਲੈਂਗੁਏਜ ਹੈ ਇਹ? ਹਾਂ ਇਹ ਡਿਪਟੀ ਬੋਲ ਰਿਹਾ ਇਸ ਤਰ੍ਹਾਂ? ਹਾਂ ਇਹ DSP ਜੀ। DSP ਦਾ ਨਾਮ ਕੀ ਹੈ? ਰਿਸ਼ਪਾਲ ਸਿੰਘ ਹੈ ਜੀ। ਇਹ ਕਿੱਥੇ ਲੱਗੇ ਹੋਏ ਨੇ? ਇਹ ਜੀ ਬਠਿੰਡੇ ਆਇਆ ਸੀ ਤੇ ਮੁਕਤਸਰ ਰਿਹਾ ਵੀ ਕਿ ਦੇਣਾ ਮੇਰੇ ਕੋਈ ਨਹੀਂ, ਉਲਟਾ ਉਹਨਾਂ ਦਾ ਕੁਰਸੀ ਤੇ ਬਹਿਣਾ ਸਾਨੂੰ ਭਾਈ ਪੈਂਦਾ। ਡੋਂਟ ਵਰੀ, ਮੇਰੇ ਭਣੋਈਏ ਨੋ ਡਿਪਟੀ ਦਾ ਨਾਮ ਰਿਸ਼ਪਾਲ ਸਿੰਘ ਹੈ। ਵੀ ਵਿਲ ਬੀ ਕੰਟੈਕਟ, ਅਸੀਂ ਰਿਸ਼ਪਾਲ ਸਿੰਘ ਸਾਨੂੰ ਈਮੇਲ ਕਰਦੇ ਹਾਂ DGP ਸਾਹਿਬ ਨੂੰ, ਤਾਂ ਤੁਸੀਂ ਇੱਕ ਮੁੱਖ ਮੰਤਰੀ ਭਗਵੰਤ ਮਾਨ ਨੂੰ ਮੈਸੇਜ ਡ੍ਰੌਪ ਕਰੋ ਆਪਣਾ। ਹਾਂਜੀ ਉਹ ਵਾਅਦਾ ਕਰਦੇ ਨੇ ਕਿ ਅਸੀਂ ਲੋਕਾਂ ਦੇ ਦੁੱਖ ਸੁਣਦੇ ਹਾਂ। ਮੈਂ ਦੇਖਦਾ ਕਿ ਭਗਵੰਤ ਮਾਨ ਕੀ ਐਕਸ਼ਨ ਲੈਂਦੇ ਨੇ। ਤੁਸੀਂ ਹੋਲਡ ਔਨ, ਤੁਸੀਂ ਉਸ ਤੋਂ ਬਾਅਦ ਹੋਲਡ ਔਨ ਤੁਹਾਨੂੰ ਅਸੀਂ ਖਰਚਾ ਪੇ ਕਰਾਂਗੇ ਅਗਰ ਜੇ ਤੁਹਾਨੂੰ, ਔਰ DGP ਸਾਹਿਬ ਸੁਣਨਗੇ ਹਰ ਹਾਲਤ ਵਿੱਚ ਤੁਹਾਡੇ, ਔਰ ਭਗਵੰਤ ਮਾਨ ਵੀ ਸੁਣੂਗਾ। ਅਗਰ ਜੇ ਡਿਪਟੀ ਨੇ ਤੁਹਾਡੇ ਨਾਲ ਬਦਤਮੀਜ਼ੀ ਕੀਤੀ ਤਾਂ ਸੁਪਰੀਮ ਕੋਰਟ ਜਾਂ ਹਾਈ ਕੋਰਟ ਦੇ ਵਿੱਚ ਇੱਕ ਤੁਸੀਂ ਪਟੀਸ਼ਨ ਪਾ ਦੇਣਾ, ਅਸੀਂ ਤੁਹਾਡੀ ਹੈਲਪ ਕਰਾਂਗੇ। ਪਟੀਸ਼ਨ ਪਾ ਦੇ ਜੀ, ਮੈਨੂੰ ਕਹਿੰਦੇ ਆ ਪਲੀਜ਼, ਉਹ ਕਹਿੰਦੇ ਤੂੰ ਵਕੀਲ ਕਰ ਕੋਰਟ ਹਾਈ ਕੋਰਟ। ਡੋਂਟ ਵਰੀ, ਅਸੀਂ ਮੇਰੇ ਕੋਲ ਪੈਸੇ ਨਹੀਂ ਵਕੀਲ ਕਰ, ਅਸੀਂ ਤੁਹਾਨੂੰ ਪੈਸੇ ਦਿੰਦੇ ਆ, ਵੀ ਵਿਲ ਪੇ ਯੂ, ਨੋ ਪ੍ਰੋਬਲਮ। ਅਸੀਂ ਤੁਹਾਨੂੰ ਵਕੀਲ ਵੀ ਦਿੰਦੇ ਆ। ਤਾਂ ਡਿਪਟੀ ਸਾਹਿਬ ਅਸੀਂ ਕਾਲ ਕਰਦੇ ਆ ਕਿ ਉਹਦਾ ਬਿਹੇਵੀਅਰ ਕਿਉਂ ਇਸ ਤਰ੍ਹਾਂ ਹੈ। ਡਿਪਟੀ ਦੇ ਕੋਲ ਕੋਈ ਹੱਕ ਨਹੀਂ ਹੈ। ਸਾਹਿਬ ਦੀ ਬਦਲੀ ਹੋ ਗਈ ਜਸਪਾਲ ਸਿੰਘ ਦੀ। ਡਸਨਟ ਮੈਟਰ, ਜਿੱਥੇ ਵੀ ਹੋਊਗਾ ਉਹਨੇ ਜਿਹੜੇ ਸ਼ਬਦ ਕਹੇ ਨੇ ਉਹ ਇਹਨਾਂ ਸ਼ਬਦਾਂ ਦੀ ਵਰਤੋਂ ਨਹੀਂ ਕਰ ਸਕਦਾ। ਪੁਲਿਸ ਦੇ ਕੋਲ ਕੋਈ ਰਾਈਟਸ ਨਹੀਂ ਹੈ। ਤੁਹਾਨੂੰ ਇੱਕ ਵਿਕਟਮ ਹੋਵੇ ਤਾਂ ਦੂਜਾ ਨੂੰ ਦਬਕੇ ਮਾਰ ਦੋ। ਉਹਨੇ ਨਹੀਂ ਕੀਤੀ, ਸਾਨੂੰ ਉਹਦਾ 5 ਮਿੰਟਾਂ 'ਚ ਤੁਹਾਨੂੰ ਅੰਦਰ ਕਰ ਦੇ। ਕਿਵੇਂ ਕਰ ਸਕਦੇ ਅੰਦਰ ਹੋ? ਤੁਸੀਂ 5 ਮਿੰਟ ਲੱਗਣਗੇ ਤੁਹਾਨੂੰ ਅੰਦਰ ਕਰ ਦੇ। ਵੇਟ ਕਰੋ, ਤੁਸੀਂ ਫਿਕਰ ਨਾ ਕਰੋ। ਜਦੋਂ ਜੱਜ ਸਾਹਿਬ ਦੇ ਪੇਸ਼ ਹੋਊਗਾ ਨਾ ਇਹ ਡਿਪਟੀ, ਤੇ ਤੁਸੀਂ ਦੇਖੋ ਕਿ ਇਹ ਜਦੋਂ ਆਪਣੇ ਜੱਜ ਸਾਹਿਬ ਦੇ ਅੱਗੇ ਪੇਸ਼ ਹੋਣਾ, ਤੁਸੀਂ ਵੇਖੋ ਕਿ ਡਿਪਟੀ ਦੀ ਕੀ ਹਾਲਤ ਹੁੰਦੀ ਹੈ। ਔਰ ਜੱਜ ਸਾਹਿਬ ਜਦੋਂ ਦਬਕਾ ਮਾਰਦੇ ਆ ਤਾਂ ਇਹਨਾਂ ਨੂੰ ਸਬਕ ਸਿਖਾਉਂਦੇ ਆ ਕਿ ਤੁਹਾਡੀ ਡਿਊਟੀ ਕੀ ਹੈ ਤੇ ਤੁਹਾਡੇ ਰਾਈਟਸ ਕੀ ਹੈ। ਡੋਂਟ ਵਰੀ ਅਬਾਊਟ ਇਟ। ਇਹ ਕਾਨੂੰਨ ਸਾਰਾ ਇੱਕੋ ਜਿਹਾ ਹੈ। ਡਸਨਟ ਮੈਟਰ ਕਿ ਕਿਸੇ ਕੋਲ ਕੋਈ ਵੀ ਤਾਕਤ ਹੈ, ਚਾਹੇ MLA ਹੈ, ਚਾਹੇ ਮੰਤਰੀ ਹੈ, ਸੰਤਰੀ ਹੈ, ਕਾਨੂੰਨ ਸਭ ਲਈ ਇੱਕੋ ਜਿਹਾ ਹੈ। ਔਰ ਪਰ ਮੈਨੂੰ ਪੂਰੀ ਉਮੀਦ ਹੈ ਕਿ ਤੁਸੀਂ ਜੇ ਭਗਵੰਤ ਮਾਨ ਨੂੰ ਮਿਲੋਗੇ, ਉਹ ਡਿਪਟੀ ਜਿਹੜਾ ਰਿਸ਼ਪਾਲ ਸਿੰਘ ਆ ਇੱਥੇ ਸਖਤ ਕਾਰਵਾਈ ਕਰਦੇ ਹੋਏ ਹੋ ਸਕੇ ਇਹਨੂੰ ਸਸਪੈਂਡ ਜਾਂ ਡਿਸਮਿਸ ਕਰ ਦੇਣ। ਤੁਸੀਂ ਉਹਨਾਂ ਦੇ ਆਫਿਸ ਨਾਲ ਮਿਲ ਕਰੋ, ਔਰ ਕਿਉਂਕਿ ਇਹ ਕੇਸ ਜਿਹੜਾ ਆ ਪੰਜਾਬ ਨਾਲ ਰਿਲੇਟਡ ਹੈ ਔਰ ਤੁਹਾਡੇ ਕੋਲ ਪੂਰੇ ਹੱਕ ਨੇ ਔਰ ਤੁਹਾਡੀ ਸੁਣਵਾਈ ਹੋਵੇਗੀ। ਨਹੀਂ ਤੁਸੀਂ ਉਹਨਾਂ ਨੇ WhatsApp ਨੰਬਰ ਦਿੱਤਾ ਹੋਇਆ, ਉਹਨਾਂ ਨੂੰ WhatsApp ਕਰੋ। ਔਰ ਉਸ ਤੋਂ ਬਾਅਦ ਮੈਂ ਤੁਹਾਨੂੰ ਤੁਸੀਂ SSP ਕੋ ਦੁਬਾਰਾ ਜਾਓ। SSP ਕੌਣ ਨੇ ਤੁਹਾਡੇ ਮੁਕਤਸਰ ਦੇ? SP ਨੇ ਦੀ ਗੁਪਤਾ। ਓਕੇ, ਇਹ ਗੁਪਤਾ ਮੈਂ ਜੀ ਹੁਣ ਮੈਂ ਗੱਲਬਾਤ ਕਰਦਾ ਤੇ ਤੁਹਾਨੂੰ ਭੇਜ ਦੇ। ਤੁਸੀਂ ਉੱਥੇ ਜਾਣਾ IG ਕੋਲ ਜਾਂ DGP ਕੋਲ ਜਾਂ ਫਿਰ SSP ਕੋਲ। ਮੈਂ ਦੇਖਦਾ ਕਿਹਦੇ ਨਾਲ ਤੁਹਾਡੀ ਗੱਲਬਾਤ ਕਰਾਉਂਦੇ ਆ ਤਾਂ ਕਿ ਤੁਹਾਨੂੰ ਇਨਸਾਫ ਦਿੱਤਾ ਜਾਵੇ। ਔਰ ਮੈਨੂੰ ਪੂਰਾ ਯਕੀਨ ਹੈ ਕਿ ਭਗਵੰਤ ਮਾਨ ਜਿਹੜੇ ਪੰਜਾਬ ਦੇ CM ਨੇ ਉਹ ਤੁਹਾਡੀ ਗੱਲ ਤੇ ਗੌਰ ਫਰਮਾਉਣਗੇ ਅਤੇ ਬਣਦੀ ਕਾਰਵਾਈ ਤੁਰੰਤ ਕੀਤੀ ਜਾਵੇਗੀ। ਇਹ DSP ਜਿਹੜਾ ਨਾ ਇਹਨੂੰ ਸਬਕ ਸਿਖਾਇਆ ਜਾਵੇਗਾ ਕਾਨੂੰਨ ਕੀ ਕਹਿੰਦਾ ਆ। ਡਿਪਟੀ ਕੋਲ ਕੋਈ ਹੱਕ ਨਹੀਂ ਹੈ ਤੁਹਾਨੂੰ ਚੁੱਕ ਕੇ ਅੰਦਰ ਦੇਣ ਦੇ। ਇੱਕ ਵਿਕਟਮ ਨੂੰ ਇੱਕ 5 ਮਿੰਟ ਦੇ ਅੰਦਰ ਮੇਰੇ ਭਰੋਈਏ ਨੂੰ ਭੱਜ ਕੇ ਪੈ ਗਿਆ। ਮੈਂ 5 ਮਿੰਟ ਲਾਉਂਗਾ ਤੈਨੂੰ ਚੱਕ ਕੇ ਅੰਦਰ ਠੋਕੀ। ਇਹਦਾ ਨੰਬਰ ਹੈ ਡਿਪਟੀ ਦਾ? ਤੂੰ ਆਵਾਜ਼ ਬੋਲਿਆ। ਇਹਦਾ ਨੰਬਰ ਹੈ ਡਿਪਟੀ ਦਾ ਤੁਹਾਡੇ ਕੋਲ? ਮੇਰੇ ਕੋਲ ਜੀ ਪਹਿਲਾਂ ਦਾ ਸੀਗਾ ਤੇ ਮੈਂ ਨਾ ਲੈ ਕੇ ਤੁਹਾਨੂੰ ਕੱਲ ਨੂੰ ਦੇ ਦੂੰਗਾ। ਹੈਗਾ ਸੀਗਾ ਅਸਪਾਲ ਸਿੰਘ ਦਾ। ਅਸੀਂ ਹੁਣੇ ਗੱਲ ਕਰ ਸਕਦੇ ਡਿਪਟੀ ਦੇ ਕੋਲ ਕੋਈ ਰਾਈਟਸ ਨਹੀਂ ਹੈ ਵਿਕਟਮ ਨੂੰ ਕਹਿਣ ਦੇ। ਹਾਂਜੀ, ਇਹ ਸ਼ਬਦਾਂ ਦੀ ਵਰਤੋਂ ਇੱਕ ਸਮਾਂ ਹੁੰਦਾ ਸੀਗਾ। ਹੁਣ ਡਿਪਟੀ ਇਸ ਤਰ੍ਹਾਂ ਨਹੀਂ ਬੋਲ ਸਕਦਾ, ਬਦਤਮੀਜ਼ੀ ਦੇ ਨਾਲ ਗੱਲ ਨਹੀਂ ਕਰ ਸਕਦਾ ਪੁਲਿਸ ਅਫਸਰ। ਨਹੀਂ, ਸਾਡੇ ਨਾਲ 2 ਵਾਰੀ ਅਸੀਂ ਗਏ, ਸਾਡੇ ਨਾਲ ਕੀਤੀ। ਮੇਰੇ ਰਿਸ਼ਤੇਦਾਰ ਮੇਰਾ ਭਣੋਈਆ ਮੇਰੇ ਨਾਲ ਆਉਣੋਂ ਹਟ ਗਿਆ। ਤੁਹਾਡਾ ਕੌਣ ਹੈ ਇੱਥੇ? ਤੁਹਾਡੇ MLA ਕੌਣ ਆ? MLA ਜੀ ਕਾਕਾ ਬਰਾੜ ਆ, ਉਹ ਵੀ ਨਹੀਂ ਗੱਲ ਸੁਣਦਾ ਆਮ ਪਾਰਟੀ ਦਾ। ਵੋਟਾਂ ਵੀ ਅਸੀਂ ਉਹਨੂੰ ਪਾਈਆਂ। ਨਹੀਂ, ਤੁਹਾਡੇ ਪਿੰਡ ਦਾ MLA ਆ? ਮੁਕਤਸਰ ਦਾ ਜੀ, ਪਹਿਲਾਂ ਪਿੰਡ ਦਾ ਅਕਾਲੀ ਦਲ ਦਾ ਸੀ MLA।
ਨਹੀਂ ਜੀ ਬਰਕੰਦੀ। ਨਹੀਂ ਹੁਣ ਕੌਣ ਹੈ ਤੁਹਾਡਾ? ਹੋਰ ਕਾਕਾ ਬਰਾੜਾ ਆਮ ਪਾਰਟੀ ਦਾ ਬੰਦਾ ਜੀ। ਸੋ ਉਹਨਾਂ ਤੁਸੀਂ ਮਿਲੇ ਉਹਦੇ ਨਾਲ ਗੱਲ ਕੀਤੀ ਹੈ? ਉਹਦੇ ਨਾਲ ਮਿਲੇ ਆ ਜੀ, ਉਹ ਮਨੋਟ ਭੇਜ ਦਿੰਦਾ ਡਾਕਟਰ ਬਲਜੀਤ ਕੌਰ ਕੋਲੇ, ਉੱਥੇ ਜਾਓ ਉੱਥੇ ਉਹ ਨਹੀਂ ਮਿਲਦੇ। ਸਾਡਾ ਅਸੀਂ ਪੈਟਰੋਲ ਫੂਕਦੇ ਫਿਰ ਉਧਰੋਂ ਮੇਰੀ ਮਾਂ ਘਰੇ ਬਿਮਾਰ ਪਈ ਆ, ਅਸੀਂ ਭੋਗਦੇ ਫਿਰ ਮੇਰੀ ਮਾਂ ਨਾਲ ਲੈਟਰੀ ਨਹੀਂ ਕਰ ਸਕਦੀ। ਡੋਂਟ ਵਰੀ ਅਬਾਊਟ ਇਟ। ਸੋ ਸਭ ਕੀ ਐਕਸ਼ਨ ਲੈ ਕੇ ਕਿਹਨਾਂ ਤੁਸੀਂ ਗੱਲ ਕਰ ਰਹੇ ਹੋ? ਬਸ ਵੀ ਇਹਨਾਂ ਵੱਲੋਂ ਨੰਬਰ ਪ੍ਰੋਵਾਈਡ ਕੀਤੇ ਗਏ ਸੀਗੇ ਇਹਨਾਂ ਦੇ ਸਹੁਰੇ ਦਾ ਤੇ ਆ ਜਿਹੜੀ ਗੁੱਡੀ ਸਰਬਜੀਤ ਕੌਰ ਦਾ, ਪਰ ਦੋਨਾਂ ਦੇ ਫੋਨ ਬੰਦ ਨੇ ਜੀ ਇਸ ਵੇਲੇ। ਤਾਂ ਫਿਰ ਅਸੀਂ ਪ੍ਰੋਸੀਡ ਕੀ ਕਰ ਸਕਦੇ ਹਾਂ? ਸਾਡੇ ਕੋਲ ਕੋਈ ਵੀ ਨੰਬਰ ਨਹੀਂ ਹੈ ਜਿਹੜਾ ਕਿ ਕੰਮ ਕਰ ਰਿਹਾ ਹੋਵੇ। ਨਾ ਸਰਬਜੀਤ ਕੌਰ ਦਾ ਨੰਬਰ ਹੈ। ਤੁਸੀਂ ਕਹਿੰਦੇ 5 ਹੋਰ ਔਰਤਾਂ ਸੀ ਇਹਦੇ ਨਾਲ, ਉਹ ਕਿਹੜੀਆਂ ਔਰਤਾਂ ਸੀ? ਉਹਨਾਂ ਨੰਬਰ ਹੈ ਕਿਸੇ ਦਾ? ਉਹ ਜੀ ਇੱਕ ਤਾਂ ਮੇਰੀ ਸੱਸ ਆ, ਇੱਕ ਮੇਰੇ ਮਾਮੇ ਦੀ ਨੂੰਹ ਆ, ਮੇਰੇ ਮਾਮੇ ਨੇ ਮੁੰਡੇ ਸਾਲ, ਇੱਕ ਮੇਰੀ ਸਾਲੀ ਆ ਜਿਹੜੀ ਉਹਨੂੰ ਚੜਾ ਗਿਆ ਜੀ ਮੇਰੇ ਘਰ ਆਈ। ਉਹਦਾ ਨੰਬਰ ਹੈ ਤੁਹਾਡੇ ਕੋਲ? ਨਹੀਂ, ਉਹ ਮੇਰੇ ਨੰਬਰ ਉਹਨੇ ਬਦਲ ਲਏ, ਹੋਰ ਮੇਰੇ ਕੋਲ ਕਿਸੇ ਦਾ ਨਹੀਂ। 4 ਹੀ ਨੰਬਰ ਆ, ਮੈਂ ਕੱਲ ਨੂੰ ਪਤਾ ਕਰਕੇ ਹੋਰ ਤੁਹਾਨੂੰ ਨੰਬਰ ਭੇਜ। ਪਰ ਹੁਣ ਤੁਹਾਡੇ ਕੋਲ ਕੋਈ ਨੰਬਰ ਨਹੀਂ ਹੈ, ਅਸੀਂ ਗੱਲ ਵੀ ਕਿਵੇਂ ਕਰ ਸਕਦੇ ਦੂਜੀ ਪਾਰਟੀ ਨਾਲ? ਮੈਂ ਜੀ ਇੱਕ ਤੁਹਾਨੂੰ ਹੋਰ ਨੰਬਰ ਭੇਜ ਦੇਣਾ ਜੀ। ਇੱਕ ਨੰਬਰ ਮੇਰੇ ਕੋਲ ਹੋਰ ਹੈਗਾ। ਉਹ ਕਿਹਦਾ ਨੰਬਰ ਹੈ? ਉਹ ਬੋੜ ਸਿੰਘ ਦਾ ਜੀ ਨੇ ਜ਼ਿੰਮੇਵਾਰੀ ਚੱਕੀ ਸੀ। ਮੈਂ 2 ਕਿੱਲੇ ਮੇਰੀ ਪੈਲੀ ਦਿਖਾ ਲਾ, 24 ਲੱਖ ਰੁਪਏ ਦੀ ਜ਼ਿੰਮੇਵਾਰੀ ਉਹਨੇ ਚੱਕੀ ਸੀ ਮੇਰੇ ਸਾਲੇ ਨੇ, ਬੋੜ ਸਿੰਘ ਨੇ। ਬੋਰਡ ਦਾ ਨੰਬਰ ਹੈ ਤੁਹਾਡੇ ਕੋਲ? ਹਾਂਜੀ, ਉਹਦਾ ਨੰਬਰ ਹੈਗਾ, ਇੱਕ ਮੈਂ ਭੇਜਿਆ ਵੀ 13 ਦਾ, ਇੱਕ ਮੈਂ ਹੋਰ ਭੇਜਿਆ। ਬੋਰਡ ਦਾ ਨੰਬਰ ਵੀ ਲੱਗ ਨਹੀਂ ਰਿਹਾ ਜੀ, ਮੈਂ ਲਾਇਆ। ਕਹਿੰਦੇ ਇੱਕ ਹੋਰ ਨੰਬਰ ਹੈ, ਪੁੱਛੋ ਤਾਂ ਕਿਹੜਾ ਨੰਬਰ ਹੈ? ਇਹਨਾਂ ਨੇ ਇੱਕ ਕੁਲਵੰਤ, ਇੱਕ ਬੋਰਡ, ਇੱਕ ਸਰਬਜੀਤ, ਇੱਕ ਹਰਗੋਬਿੰਦ, 4 ਨੰਬਰ ਭੇਜੀ ਜੀ, ਚਾਰੇ ਨੰਬਰ ਬੰਦ ਨੇ। WhatsApp ਕੀਤੇ? ਸਭ ਬੰਦ ਨੇ ਜੀ। ਆਈ ਸੀ। ਇਸ ਤੁਹਾਡੇ ਕੋਲ ਹੋਰ ਨੰਬਰ ਕਿਹੜਾ ਹੈਗਾ ਜਿਹੜਾ ਨਹੀਂ ਦਿੱਤਾ ਤੁਸੀਂ ਸਾਨੂੰ ਹਾਲ ਤੱਕ? ਹਾਂਜੀ, ਉਹ ਬੋੜ ਸਿੰਘ ਦਾ ਜੀ। ਮੈਂ ਤੁਹਾਨੂੰ ਥੱਲੇ ਪਿਆ, ਮੈਂ ਭੇਜ ਦੂੰਗਾ। ਇੱਕ ਮੈਂ ਤਾਂ ਅਨਪੜ੍ਹ ਬੰਦਾ ਜੀ, ਮੈਂ ਸਕੂਲ ਨਹੀਂ। ਆਈ ਨੋ, ਬਟ ਇਸ ਸਟੋਰੀ ਨੂੰ ਅਸੀਂ ਪ੍ਰੋਸੀਡ ਕਿਵੇਂ ਕਰ ਸਕਦੇ ਹਾਂ? ਤੁਹਾਡੇ ਕੋਲ ਡਿਪਟੀ ਦਾ ਨੰਬਰ ਵੀ ਨਹੀਂ ਹੈ। ਹਾਂਜੀ, ਹੁਣ ਡਿਪਟੀ ਤੁਹਾਡੇ ਹੁਣ ਡਿਪਟੀ ਕੌਣ ਹੈ ਇੱਥੇ? ਹੁਣ ਨਹੀਂ ਪਤਾ। ਪਵੇਰਾਂ ਦਾ ਸੀਗਾ ਪਾਰਸਲ, ਇੱਕ ਤਾਂ ਹਫ਼ਤੇ ਬਾਅਦ ਬਦਲ ਜਾਂਦੇ ਆ ਜੀ, ਇੱਕ ਹਫ਼ਤਾ ਹੀ ਰਹਿੰਦਾ ਆ। ਹਫ਼ਤੇ ਬਾਅਦ ਡਿਪਟੀ ਬਦਲ ਜਾਂਦਾ, DSP ਬਦਲ ਜਾਂਦਾ, SSP ਬਦਲ ਜਾਂਦਾ। ਆਈ ਨੋ, ਇਹ ਸਰਕਾਰ ਜਿਹੜੀ ਹੈ ਬਹੁਤ ਜਲਦੀ ਬਦਲੀਆਂ ਕਰ ਰਹੀ ਹੈ। ਆਈ ਡੋਂਟ ਨੋ, ਖੈਰ ਉਹਨਾਂ ਨੇ ਆਪਣੀ ਪਾਲਿਸੀ ਬਦਲੀ ਬਾਰੀ ਛੇਤੀ ਕਰ ਰਹੀ ਆ, ਮੈਨੂੰ ਪ੍ਰੋਬਲਮ। ਐਨੀਵੇ, ਸੋ ਤੁਸੀਂ ਜਿਹੜਾ ਤੁਹਾਡਾ MLA ਹੈ ਉਹਦਾ ਨੰਬਰ ਹੈ? ਉਹਦਾ ਨੰਬਰ ਮੇਰੇ ਕੋਲ ਨਹੀਂ ਜੀ। ਹੁਣ ਮੇਰੇ ਨਾਲ ਥੱਲੇ ਜੇ ਲਿਖਿਆ ਥੱਲੇ, ਮੈਂ ਤਾਂ ਕੋਠੇ ਤੇ ਥੱਲੇ ਰੇਂਜ ਨਹੀਂ ਆਉਂਦੀ ਕਿਉਂਕਿ MLA ਹੈ ਬਹੁਤ ਜ਼ਿਆਦਾ ਹੈ। ਸਾਨੂੰ ਇਹਨਾਂ ਨਾਲ ਨਵੇਂ ਆਏ ਆ ਮੁੰਡੇ, ਕਾਕਾ ਬਰਾੜ ਹੈ, ਸਾਨੂੰ ਪਤਾ ਨਹੀਂ ਹੈ। ਅਬੀ ਵਾ ਨੋ ਦੈਟ ਕਿ ਇਸ MLA ਨੇ ਜੇ ਲੋਕਾਂ ਨੂੰ ਇਨਸਾਫ ਨਹੀਂ ਦਵਾਊਗਾ ਤੇ ਫਿਰ ਜਿੱਤੂਗਾ ਕਿਵੇਂ? ਸੋ ਤੁਹਾਨੂੰ ਮੈਂ ਤੁਹਾਨੂੰ ਹੁਣ ਕਰਕੇ ਇੱਕ ਆਪਦੇ ਸਾਲੇ ਦਾ ਹੁਣੇ ਨੰਬਰ ਭੇਜ ਦਿੰਦਾ, ਉਹ ਬਰਾੜ ਦਾ। ਨਹੀਂ ਛੱਡੋ, MLA ਨੂੰ ਗੱਲ ਛੱਡੋ। ਤੁਸੀਂ ਰੀਚ ਕਰ ਸਕਦੇ ਹੋ ਆਪਣੇ ਜਿਹੜਾ WhatsApp ਨੰਬਰ ਤੁਹਾਨੂੰ ਅਸੀਂ ਭੇਜਦੇ ਆ। ਮੇਰੇ ਖਿਆਲ ਕੋਈ ਵੀ ਨਹੀਂ ਪ੍ਰੋਪਰ ਕੰਮ ਕਰਨਾ। ਇਹਦਾ ਇੱਕੋ ਇੱਕ ਹੱਲ ਹੈ, ਤੁਸੀਂ SSP ਨੂੰ ਦੁਬਾਰਾ ਮਿਲੋ ਜਾ ਕੇ। ਹਾਂਜੀ, SSP ਜਿਹੜੇ ਜ਼ਿਲ੍ਹੇ ਦੇ ਨੇ ਤੁਹਾਡੇ ਮੁਕਤਸਰ ਦੇ ਨੇ, ਉਹਨਾਂ ਨਾਲ ਮੈਂ ਤੁਹਾਡੀ ਅਪਾਰਟਮੈਂਟ ਬਣਾਉਣਾ, ਤੁਸੀਂ ਉਹਨਾਂ ਨੂੰ ਮਿਲਣਾ ਜਾ ਕੇ। ਕਿੱਦਾਂ ਮਿਲਾਂ ਜੀ? ਨਹੀਂ, ਅਸੀਂ ਹੁਣ ਗੱਲ ਕਰਾਂਗੇ ਨਾ, ਹੁਣ ਰਾਈਟ ਵੇ ਮੈਂ ਗੱਲ ਚਲੋ ਜੀ, ਕੋਈ ਗੱਲ ਨਹੀਂ, ਠੀਕ ਹੈ ਜੀ। ਸੋ ਜਾਂ ਫਿਰ ਤੁਸੀਂ ਭਗਵੰਤ ਮਾਨ ਉਹਨਾਂ ਨੂੰ ਮਿਲੋ ਜਿਹੜੇ CM ਨੇ। ਸੋ ਜੇ ਤੁਸੀਂ ਮਿਲ ਸਕਦੇ ਹੋ ਤਾਂ ਉਹ ਜੀ, ਉਹ ਭਗਵੰਤ ਮਾਨ ਦਾ ਕਿੱਥੇ ਮਿਲਣਾ, ਸਾਨੂੰ ਬਰਾੜ ਨਹੀਂ ਮਿਲਦਾ ਜਿਹੜਾ MLA ਸਾਡੇ ਮੁਕਤਸਰ ਦਾ। ਆਈ ਨੋ, ਪਰ ਇਹ ਲੋਕ ਵੋਟਾਂ ਵੇਲੇ MLA, ਇਹਦਾ ਪੂਰਾ ਨਾਂ ਕੀ ਹੈ ਇਸ MLA ਦਾ? ਮੈਂ ਤੁਹਾਨੂੰ ਜੀ ਆਪਦੀਆਂ ਫੋਟੋ ਭੇਜ ਦੇਣਾ। ਮੈਨੂੰ ਜੇ ਇੱਕ ਜ਼ਰੂਰੀ ਕੰਮ ਮੇਰੇ ਘਰੇ ਆਈ, ਮੇਰੇ ਘਰੇ ਫੋਟੋ ਮੇਰੇ ਫੋਟੇ ਪਾ ਕੇ ਗਿਆ। ਸਾਡੇ ਘਰੇ 4 ਘਰ, ਸਾਡੀਆਂ 30 ਵੋਟਾਂ 4 ਘਰਾਂ ਦੀ। ਅੱਜ ਉਹ ਬੰਦਾ ਘਰੇ ਗਿਆ ਨਹੀਂ, ਸਾਡੀ ਹੋਰ ਬੰਦੇ ਦੀ ਗੱਲ ਸੁਣਦਾ, ਸਾਡੀ ਗੱਲ ਨਹੀਂ ਸੁਣਦਾ। ਇਹਦਾ ਨੰਬਰ ਹੈ ਨਹੀਂ ਤੁਹਾਡੇ ਕੋਲ? ਮੇਰੇ ਕੋਲ ਨੰਬਰ ਹੈਗਾ, ਮੇਰੇ ਕੋਲ ਜੀ ਸੌਰੀ ਉਹ ਚਾਹੀਏ ਨਾ, ਥੱਲੇ ਘਰੇ ਪਿਆ ਜੀ। ਅਸੀਂ ਕਮਰਸ਼ੀਅਲ ਲੈਂਦੇ, ਸਾਨੂੰ ਨੰਬਰ ਦਿਓ ਦਾ MLA ਦਾ। ਇਹਦਾ ਨੰਬਰ ਜ਼ਰੂਰ ਭੇਜ ਦੇਣਾ, ਹੁਣੇ ਭੇਜ ਦੇਣਾ ਜੀ। ਇੱਕ ਇਹਦਾ ਤੇ ਇੱਕ ਬੋੜ ਸਿੰਘ ਦਾ। ਇਹਦਾ ਲੀਗਲ ਨੇਮ ਕੀ ਹੈ ਤਾਂ ਮੈਂ ਲੱਭਦਾ ਨੰਬਰ ਜੀ। ਨਾਮ ਕੀ ਹੈ ਪੂਰਾ MLA ਠੀਕ ਦਾ? ਹੈ ਜੀ, MLA ਪੂਰਾ ਨਾਮ ਕੀ ਹੈ? ਕਾਕਾ ਬਰਾੜ ਆ ਜੀ ਇਹਦਾ ਨਾਮ ਹੈਗਾ, ਪਿੰਡ ਜਵਾਰੇ ਵਾਲਾ, ਕਾਕਾ ਬਰਾੜ, ਜ਼ਿਲ੍ਹਾ ਮੁਕਤਸਰ ਸਾਹਿਬ। ਪੂਰਾ ਨਾਮ ਕੀ ਹੈ ਸੀ? ਉਹ ਨਾਂ ਤਾਂ ਕੋਈ ਹੋਰ ਹੋਊਗਾ। ਬਰਾੜ ਆ ਜੀ, ਕਾਕਾ ਬਰਾੜ। ਅਸੀਂ ਵਾਪਸ ਆ ਰਹੇ ਹਾਂ। ਵਿਕਟਮ ਹੈ ਔਰ 40-70 ਲੱਖ ਦਾ ਕਲੇਮ ਕਰ ਰਿਹਾ। ਉਹਦਾ ਨਾਮ ਹੈ ਆਪਣੇ ਸੇਵਕ ਸਿੰਘ, ਜਿਹਨਾਂ ਪਿੰਡ ਬਰਕੰਦੀ ਹੈ। ਤੁਹਾਡੇ ਕੋਲ ਕਈ ਵਾਰੀ ਆਏ ਨੇ ਔਰ ਉਹਨਾਂ ਦੀ ਬਹੁਤ ਵੱਡੀ ਸਮੱਸਿਆ ਚੱਲ ਰਹੀ ਜ਼ਿੰਦਗੀ ਦੀ ਔਰ ਸੁਸਾਈਡ ਕਰਨ ਨੂੰ ਫਿਰਦੇ ਨੇ। ਐਮਐਲ ਸਾਹਿਬ, ਤੁਸੀਂ ਤੁਹਾਡੇ ਘਰ ਤੁਸੀਂ ਉਹਨਾਂ ਦੇ ਘਰ ਵੀ ਗਏ ਹੋ, ਚਾਹ ਪਾਣੀ ਪਿਲਾਇਆ, ਉਹਨਾਂ ਨੇ ਵੋਟਾਂ ਪਾਈਆਂ, ਤੁਹਾਡਾ ਸਤਿਕਾਰ ਵੀ ਕਰਦੇ ਨੇ, ਤੁਹਾਡੇ ਤੇ ਮਾਣ ਵੀ ਰੱਖਦੇ ਨੇ। ਸੋ ਕਹਿੰਦੇ ਸਾਡੀ ਸੁਣਵਾਈ ਨਹੀਂ ਹੋ ਰਹੀ। ਕਾਕਾ ਬਰਾੜ ਜੀ ਤੁਹਾਡਾ ਨਾਂ ਲੈ ਕੇ ਮੈਂਸ਼ਨ ਕਰ ਰਹੇ ਨੇ। ਮੈਂ ਪਿਛਲੇ 40 ਸਾਲਾਂ ਤੋਂ ਜਰਨਲਿਜ਼ਮ ਦੇ ਵਿੱਚ ਜਰਨਲਿਸਟ ਹੂੰ ਕੈਨੇਡੀਅਨ।
So, नहीं what's cooking? भाजी एक मिनट नहीं या तक किसी मतलब कि ਸਾਡੇ ਕੋਲ ਰਸ਼ ਜਦੋਂ ਭਾਜੀ ਆਉਂਦੇ ਹੋਣੇ ਆ ਨਾ ਕਿਤੇ ਰਸ਼ ਜ਼ਿਆਦਾ ਹੋਣਾ ਨਹੀਂ ਨਾ ਸੁਣਵਾਈ ਹੋਈ ਤੇ ਕੋਈ ਗੱਲ ਹੀ ਨਹੀਂ ਜੀ ਕਿਉਂਕਿ ਤੁਹਾਡਾ ਬੜਾ ਸਤਿਕਾਰ ਹੈ ਇਲਾਕੇ ਦੇ ਵਿੱਚ ਮੈਂ ਜੋਗਿੰਦਰ ਵਾਸੀ ਬੋਲ ਰਿਹਾ ਕਿਉਂਕਿ ਆਪਾਂ ਤਾਂ ਕਦੇ ਜਾਣਦੇ ਤੁਹਾਨੂੰ ਮੈਂ ਕੈਨੇਡਾ ਵਿੱਚ ਰਹਿੰਦਾ ਔਰ ਅਸੀਂ ਸਟੋਰੀਜ਼ ਨੂੰ ਕਵਰ ਕਰ ਰਹੇ ਹਾਂ ਔਰ 40 ਲੱਖ 70 ਲੱਖ ਦਾ ਵਿਕਟਮ ਆ ਔਰ ਤੁਹਾਡੇ ਰਾਈਡਿੰਗ ਵਿੱਚ ਰਹਿ ਰਹੇ ਆ ਔਰ ਮੈਨੂੰ ਬੜਾ ਦੁੱਖ ਹੈ ਤੁਸੀਂ ਬੜੇ ਸਿਆਣੇ ਹੋ ਸੁਲਝੇ ਹੋ ਲੋਕਾਂ ਨੇ ਤੁਹਾਨੂੰ ਜਿਤਾਇਆ ਹੈ ਲੋਕ ਤੁਹਾਡਾ ਫਿਊਚਰ ਹੈ ਔਰ ਮੇਰੇ ਲਾਈਨ 'ਚ ਨੇ ਐਮਐਲਏ ਸਾਹਿਬ ਹੋਲਡ ਰੱਖੋ ਸੇਵਕ ਜੀ ਤੁਹਾਡੇ ਐਮਐਲਏ ਸਾਹਿਬ ਲਾਈਨ 'ਚ ਨੇ ਗੱਲ ਕਰੋ ਹਾਂਜੀ ਹੈਲੋ ਸੇਵਕ ਸਿੰਘ ਗੱਲ ਕਰੋ ਆਪਣੇ ਸਤਿਕਾਰਯੋਗ ਤੁਹਾਡੇ ਐਮਐਲਏ ਨਾਲ ਸਤਿ ਸ੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਬਾਈ ਅਸੀਂ ਤੇਰੇ ਕੋਲ 4-5 ਵਾਰੀ ਆ ਗਏ ਕਦੇ ਤੂੰ ਮੈਨੂੰ ਮਲੋਟ ਵੀ ਭੇਜਿਆ ਮੇਰੀ ਕੋਈ ਸੁਣਵਾਈ ਨਹੀਂ ਹੋਈ ਕੋਈ ਸਾਡੀ ਗੱਲ ਨਹੀਂ ਕੀਤੀ ਮੈਂ ਤਾਂ ਭਾਈ ਪੈਂਦੇ ਉੱਥੇ ਮੁਲਾਜ਼ਮ ਹਾਂਜੀ ਸੇਵਕ ਜੀ ਉਹਦੇ ਡੀਐਸਪੀ ਅਰਸ਼ਪਾਲ ਸਿੰਘ ਨੇ ਮੈਂ ਤੁਹਾਡੇ ਬਾਰੇ ਵੀ ਦੱਸਿਆ ਉਹਨਾਂ 5 ਮਿੰਟ ਦੇ ਅੰਦਰ ਕਰ ਦੂੰ ਇੱਥੋਂ ਕਿਹੜਾ ਪਿਸਤੌਲ ਲਾ ਕੇ ਪੈਸੇ ਨਹੀਂ ਮੇਰੀ ਸੁਣਵਾਈ ਨਹੀਂ ਹੋ ਰਹੀ ਨਹੀਂ ਕੀ ਮੈਨੂੰ ਪੂਰੀ ਡਿਟੇਲ ਚ ਦੱਸੋ ਨਾ ਕਿਸ ਗੱਲ ਦਾ ਰੌਲਾ ਜੀ ਸੇਵਕ ਸਿੰਘ ਉੱਚੀ ਬੋਲੋ ਥੋੜੀ ਜਿਹੀ ਉੱਚੀ ਬੋਲੋ ਨਾ ਆਪਣੀ ਆਵਾਜ਼ ਕੱਢੋ ਦਾ ਬੰਦਿਆਂ ਵਾਲੀ ਪਲੀਜ਼ ਐਮਐਲਏ ਸਾਹਿਬ ਬਿਜ਼ੀ ਹੁੰਦੇ ਨੇ ਹੈਲੋ ਮੈਂ ਕਿਹਨੂੰ ਨਾ ਜੀ ਤੁਸੀਂ ਉੱਚੀ ਬੋਲੋਗੇ ਹੋਰ ਕੌਣ ਬੋਲੂਗਾ ਸੇਵਕ ਸਿੰਘ ਆਪਣੇ ਐਮਐਲਏ ਸਾਹਿਬ ਮੈਂ ਬੋਲੀ ਹੈ ਨਾ ਜੀ ਪਿੰਡਾਂ ਸੀ ਇਹਨੇ ਸਾਨੂੰ ਇੱਕ ਦਿਨ ਬਾਈ ਜੀ ਨੇ ਮਲੋਟ ਵੀ ਭੇਜਿਆ ਉਹਨਾਂ ਦੀ ਮਲੋਟ ਜਾ ਉਡੋ ਅਸੀਂ ਵੋਟਾਂ ਤੇ ਉਹਨੂੰ ਪਾਈਆਂ ਅਸੀਂ ਉਹਨੂੰ ਥੋੜਾ ਪਾਈਆਂ ਡਾਕਟਰ ਬਲਜੀਤ ਕੌਰ ਨੂੰ ਇਹਨੇ ਮਲੋਟ ਭੇਜਿਆ 200 ਦਾ ਤੇਲ ਫਾਕ ਕੇ ਮੋਟਰਸਾਈਕਲ ਦੇ ਵਾਪਸ ਆ ਗਏ ਭਾਈ ਜੀ ਕੇਸ ਕਿੱਥੋਂ ਦਾ ਹੈ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ ਸੇਵਕ ਸਿੰਘ ਗੱਲ ਸੁਣੋ ਇਹ ਕੇਸ ਜੀ ਬਰਕੰਦੀ ਦਾ ਹੈ ਆਪਣੇ ਐਮਐਲਏ ਸਾਹਿਬ ਬਰਕੰਦੀ ਪਿੰਡ ਦਾ ਕੋਈ ਨਹੀਂ ਜੀ ਮਲੋਟ ਭੇਜਣ ਦਾ ਕੋਈ ਰੀਜ਼ਨ ਹੋਣਾ ਮਲੋਟ ਥਾਣੇ 'ਚ ਕੇਸ ਹੈ ਮਲੋਟ ਦਾ ਮਲੋਟ ਬਲਜੀਤ ਕੋਲੇ ਭੇਜਿਆ ਸੀ ਜਾਂ ਤੁਸੀਂ ਬਲਜੀਤ ਕੋਲ ਜਾਓ ਵੋਟਾਂ ਤਾਂ ਅਸੀਂ ਤੁਹਾਨੂੰ ਪਾਈਆਂ ਤੁਸੀਂ ਮੈਨੂੰ ਮਲੋਟ ਭਜਾਈ ਕਰਦੇ ਹੋ ਭਾਜੀ ਬੇਬੀ ਜੀ ਜਿਹੜੀ ਮੰਤਰੀ ਹੈ ਉਸੇ ਮੇਰੇ ਘਰ ਦੀਆਂ ਵੀ ਫੋਟੋਆਂ ਵੀਰ ਜੀ ਮੈਂ ਨਾ ਪਾ ਪਰ ਤੂੰ ਦੇਖੇ ਆਪ ਆਏ ਕੰਮ ਕਰ ਮੈਂ ਹੁਣ ਵੋਟਾਂ ਮੈਨੂੰ ਤੂੰ ਮਲੋਟ ਭੇਜਤਾ ਮਲੋਟ ਉਹ ਸੀ ਮੁਕਤਸਰ ਸਾਡੀ ਕੋਈ ਗੱਲ ਨਹੀਂ ਸੁਣਵਾਈ ਨਹੀਂ ਹੋਈ ਸਾਡੀ ਸੇਵਕ ਸਿੰਘ ਤੁਸੀਂ ਗੱਲ ਸੁਣੋ ਸੇਵਕ ਸਿੰਘ ਸੁਣੋ ਐਮਐਲਏ ਸਾਹਿਬ ਦਾ ਪੁੱਛ ਰਹੇ ਸੇਵਕ ਸਿੰਘ ਸਟਾਪ ਇਟ ਨੌਨਸੈਂਸ ਪਲੀਜ਼ ਸਟਾਪ ਦ ਨੌਨਸੈਂਸ 6 ਮਹੀਨੇ ਹੋ ਗਏ ਤੁਹਾਡੇ ਕੋਲੇ ਆਉਂਦੇ ਨੂੰ ਹਫ਼ਤੇ ਬਾਅਦ ਆਏ ਨਾ ਤੁਹਾਡੇ ਕੋਲ ਐਮਐਲਏ ਸਾਹਿਬ ਸਾਡੀ ਬੇਨਤੀ ਤੁਹਾਨੂੰ ਕਿ ਇਹ ਬੰਦਾ ਅਨਪੜ੍ਹ ਹੈ ਔਰ 70 ਲੱਖ ਦੇ ਲਗਭਗ ਸਹੁਰੇ ਪਰਿਵਾਰ ਨੇ ਇਹਨੂੰ ਠੱਗ ਲਿਆ ਔਰ 13 ਸਾਲ ਦੀ ਬੱਚੀ ਜਿਹੜੀ ਆ ਉਹ ਗਾਇਬ ਕਰ ਦਿੱਤੀ ਆ ਔਰ ਬੜਾ ਸੀਰੀਅਸ ਮੈਟਰ ਹੈ ਤੇ ਜਿਹੜਾ ਮਲੋਟ ਦਾ ਤੁਹਾਡੇ ਡਿਪਟੀ ਸੁਪਰਡੈਂਟ ਪੁਲਿਸ ਡੀਐਸਪੀ ਉਹਨਾਂ ਨੇ ਗਲਤ ਭਾਸ਼ਾ ਦੇ ਨਾਲ ਇਹਨਾਂ ਨੂੰ ਡਰਾਇਆ ਧਮਕਾਇਆ ਭਾਜੀ ਇੱਕ ਮਿੰਟ ਹੋਲਡ ਕਰੋ ਇਹਨਾਂ ਦੇ ਬੱਚਿਆਂ ਦਾ ਡਿਸਪਿਊਟ ਉੱਥੇ ਮਲੋਟ ਇਹਨਾਂ ਦੀ ਵਾਈਫ ਮਲੋਟ ਤੋਂ ਹੈ ਇਹਨਾਂ ਨੇ ਵਾਈਫ ਤੁਹਾਨੂੰ ਦੱਸਦੇ ਆ ਸੇਵਕ ਦੱਸੋ ਗੱਲ ਕਰੋ ਮੇਰੇ ਸਾਹਿਬ ਸੁਣ ਡਾਕਟਰ ਬਲਜੀਤ ਕੋਲ ਭੇਜਿਆ ਤੁਸੀਂ ਮੈਨੂੰ ਉਹ ਯਾਰ ਹੁਣ ਡਾਕਟਰ ਬਲਜੀਤ ਕੋਲ ਜਾਓ ਤੁਹਾਡਾ ਮਸਲਾ ਉਹ ਹੱਲ ਕਰੂਗੀ ਉੱਥੇ ਅਸੀਂ ਧੱਕੇ ਖਾ ਕੇ ਅਸੀਂ ਦੁਬਾਰਾ ਫੇਰ ਆ ਗਏ 2 ਵਾਰੀ ਉਸ ਤੋਂ ਬਾਅਦ ਵੀ ਤੁਹਾਡੇ ਘਰੇ ਆ ਗਏ ਮੇਰੀ ਮਲੋਟ ਤੋਂ ਨਹੀਂ ਮਲੋਟ ਮੈਡਮ ਬਲਜੀਤ ਕੋਲ ਭੇਜਿਆ ਡਾਕਟਰ ਬਲਜੀਤ ਕੋਲ ਐਮਐਲਏ ਕੋਲ ਸੇਵਕ ਪਾਗਲ ਹੈ ਤੂੰ ਬੰਦਾ ਹੁਣ ਦੱਸੋ ਐਮਐਲਏ ਸਾਹਿਬ ਨੂੰ ਤੁਹਾਡਾ ਕੇਸ ਕਿਹੜਾ ਆ ਅਸੀਂ ਉਹਦੇ ਕੋਲ ਜਾਓ ਐਮਐਲਏ ਉਹ ਜੀ ਐਮਐਲਏ ਤੁਸੀਂ ਜਦੋਂ ਜਿਹੜੀ ਮੈਂ ਵੋਟਾਂ ਪਾਈਆਂ ਮੇਰੀ ਉਹਨੇ ਨਹੀਂ ਗੱਲ ਸੁਣੀ ਤੇ ਮੇਰੀ ਉਹ ਕਿਵੇਂ ਸੁਣ ਲੂ ਇੱਕ ਸੈਕਿੰਡ ਫਰਮਾਇਸ਼ ਲਵਾਈ ਇਹਨੇ ਦੂਜੀ ਪਾਰਟੀ ਸੇਵਕ ਇੱਕ ਸੈਕਿੰਡ ਹੋਲਡ ਔਨ ਐਮਐਲਏ ਸਾਹਿਬ ਨੂੰ ਪਤਾ ਨਹੀਂ ਲੱਗਦਾ ਕੇਸ ਕਿਹੜਾ ਹੈ ਤੂੰ ਦੱਸੋ ਨਾ ਤੁਸੀਂ ਕਿਹੜੇ ਪਿੰਡ ਤੋਂ ਬੋਲਦੇ ਕਿਹੜਾ ਕੇਸ ਹੈ ਇਹ ਗੱਲ ਕਰੋ ਉਹਨਾਂ ਨਾਲ ਮੇਰੀ ਕੇਸ ਦਾ ਨਹੀਂ ਪਤਾ ਲੱਗਿਆ 6 ਮਹੀਨੇ ਹੋ ਗਏ ਮੰਦਰ ਫੌਜੀ ਨੂੰ ਮੈਂ ਲੈ ਕੇ ਆਉਣਾ ਸੁੱਖੇ ਨੂੰ ਲੈ ਕੇ ਆਉਣਾ ਜਿਹਨੇ ਤੁਹਾਡਾ ਝੂੜਾ ਫੜਿਆ ਸੀ 2017 ਚ ਇੱਕ ਸੈਕਿੰਡ ਹੋਲਡ ਤੇ ਬੈਠੇ ਉਹ ਬੰਦੇ ਨੂੰ ਲੈ ਕੇ ਆਉਣਾ ਮੈਂ ਤੁਹਾਡੇ ਕੋਲ ਤੁਸੀਂ ਸਮਝਦੇ ਨਹੀਂ ਕੁਛ ਐਮਐਲਏ ਸਾਹਿਬ ਤੂੰ ਸਮਝ ਗਏ ਕੇਸ ਕੀ ਹੈ ਇਹ ਭਾਜੀ ਮੈਂ ਤੁਹਾਨੂੰ ਦੱਸਦਾ ਐਕਚੁਅਲੀ ਕੀ ਰੌਲਾ ਕੀ ਹੈ ਜੀ ਮੈਡਮ ਬਲਜੀਤ ਕੌਰ ਸਾਡੇ ਏਰੀਏ ਦੇ ਮੰਤਰੀ ਹੈ ਕੀ ਨਾਮ ਹੈ ਉਹਨਾਂ ਦਾ ਮਿਨਿਸਟਰ ਦਾ ਐਮਐਲਏ ਆ ਬਲਜੀਤ ਕੌਰ ਮਲੋਟ ਤੋਂ ਓਕੇ ਸੇਵਕ ਐਮਐਲਏ ਮਲੋਟ ਤੋਂ ਪ੍ਰੋਫੈਸਰ ਸਾਧੂ ਸਿੰਘ ਦੀ ਬੇਟੀ ਹੈ ਉਹ ਅੱਜ ਮਿਨਿਸਟਰ ਹੈ ਕੈਬਨਿਟ ਮਿਨਿਸਟਰ ਹੈ ਸਾਡੇ ਜੀ ਓਕੇ ਕੋਈ ਕੰਮ ਇਹੋ ਜਿਹਾ ਹੋ ਸਕਦਾ ਵੀ ਜਿਹਦੀ ਸਾਨੂੰ ਕੋਈ ਪ੍ਰੋਬਲਮ ਆਈ ਹੋਵੇ ਕਿ ਅਸੀਂ ਮੰਤਰੀ ਕੋਲੇ ਬੰਦਾ ਭੇਜਾਂਗੇ ਠੀਕ ਹੈ ਤੁਹਾਡੀ ਜੇ ਗੱਲ ਨਹੀਂ ਸੁਣਦੇ ਕੋਈ ਵਾਰੀ ਆਪਣੇ ਪੁਲਿਸ ਅਫਸਰ ਨਹੀਂ ਸੁਣਦੇ ਕਈ ਵਾਰੀ ਸਾਨੂੰ ਕੋਈ ਪ੍ਰੋਬਲਮ ਆ ਜਾਂਦੀ ਤੇ ਅਸੀਂ ਜਾਂ ਤਾਂ ਅਸੀਂ ਇਹ ਕਹੀਏ ਨਾ ਵੀ ਮੰਤਰੀ ਕੋਲੇ ਨਾ ਜਾਓ ਤੁਸੀਂ ਅਸੀਂ ਰੋਕੀਏ ਅਸੀਂ ਤਾਂ ਕਹਿੰਦੇ ਵੀ ਮੰਤਰੀ ਸਾਹਿਬ ਨੂੰ ਅਸੀਂ ਆਖਾਂਗੇ ਤੁਹਾਡੀ ਗੱਲ ਕਰਾਂਗੇ ਇਹ ਕਹਿੰਦੇ ਆ ਕਿ ਇਹਨਾਂ ਨੂੰ ਤੁਹਾਡੇ ਤੇ ਮਾਣ ਹੈ ਔਰ ਪੁਲਿਸ ਅਫਸਰ ਜਿਹੜਾ ਰਸ਼ਪਾਲ ਸਿੰਘ ਨਹੀਂ ਮੈਂ ਤੁਹਾਨੂੰ ਇੱਕ ਮਿੰਟ ਮੈਂ ਤੁਹਾਨੂੰ ਦੱਸਦਾ ਇਹਨਾਂ ਨੂੰ ਕੋਈ
ਇਹ ਆਪਦੀ ਪੂਰੀ ਡਿਟੇਲ ਚ ਆ ਕੇ ਸ਼ਾਮ ਨੂੰ ਕਿਸੇ ਦਿਨ ਮੇਰੇ ਕੋਲੇ ਆ ਜਾਣ। ਹੁਣ ਤਾਂ ਮੈਂ ਗੁਜਰਾਤ ਚੱਲਿਆ ਸੀ ਅੱਜ, ਜੀ ਹਫਤੇ ਚ ਮੈਂ ਵਾਪਸ ਆ ਜਾਊਂਗਾ ਜੀ। ਆਪਣੇ ਐਮਐਲਏ ਸਾਹਿਬ ਤੁਸੀਂ ਮੈਨੂੰ ਵਾਅਦਾ ਕਰ ਰਹੇ ਹੋ ਤਾਂ ਹਫਤੇ ਵਿੱਚ ਕਦੋਂ ਆਉਣ, ਕਿਉਂਕਿ ਵਿਕਟਮ ਹੈ ਔਰ ਮਦਦ ਤੁਸੀਂ ਕਰੋ ਔਰ ਇਹ ਉਸ ਤੋਂ ਬਾਅਦ ਮੈਂ ਥੋੜਾ ਤੁਸੀਂ ਇਹ ਭਾਜੀ ਜਿਹੜੇ ਕਹਿ ਰਹੇ ਆ, ਮੈਂ ਕਦੇ ਵੀ ਕਿਸੇ ਬੰਦੇ ਨੂੰ ਬਲਾਸ ਨਹੀਂ ਕਿਹਾ ਜੀ। ਇਹ ਕਦੋਂ ਆਉਣ ਤੁਹਾਡੇ ਕੋਲ? ਅਗਲੇ ਹਫਤੇ ਆਉਣ? ਤੁਸੀਂ 15 ਅਗਸਤ ਵਾਪਸ ਮੁੜ ਆਓਗੇ? 16 ਅਗਸਤ ਨੂੰ ਆਉਣ ਤੁਹਾਡੇ ਕੋਲ? ਹਾਂਜੀ, ਨਹੀਂ ਮੈਂ 15 ਨੂੰ ਇੱਥੇ ਹੋਊਂਗਾ ਜੀ। 15 ਤੁਸੀਂ ਬਿਜ਼ੀ ਹੋਵੋਗੇ, 15 ਅਗਸਤ ਹੈ ਔਰ ਹਾਂਜੀ, 15 ਤੁਸੀਂ 16 ਅਗਸਤ ਨੂੰ ਤੁਹਾਨੂੰ ਮਿੰਟ ਸਵੇਰ ਨੂੰ ਤੁਹਾਡੇ ਦਫ਼ਤਰ ਜਾਂ ਤੁਹਾਡੇ ਘਰ ਬੋਲੋ। ਹਾਂ, ਇਹਨਾਂ ਨੂੰ ਦਫ਼ਤਰ ਮਿਲਦਾ ਹੈ। ਮੇਰਾ ਦਫ਼ਤਰ ਤੇ ਘਰ ਇੱਕੋ ਨਹੀਂ, ਮੇਰਾ ਦਫ਼ਤਰ ਤੇ ਘਰ ਇੱਕੋ ਹੀ ਹੈ। 16 ਅਗਸਤ ਨੂੰ ਸਵੇਰ ਦੇ 10 ਵਜੇ ਪਹੁੰਚ ਜਾਣ। ਹਾਂਜੀ, ਪਹੁੰਚ ਜਾਣ। ਸੋ ਇਹ ਬਣਦੀ ਕਾਰਵਾਈ ਜਿਹੜੀ, ਇੱਕ ਪਹਿਲੀ ਗੱਲ ਤੇ ਡਿਪਟੀ ਜਿਹੜਾ ਡੀਐਸਪੀ ਆ ਉਹਨੂੰ ਲਿਆਕਤ ਨਹੀਂ ਹੈ, ਉਹਨੂੰ ਡਿਊਟੀ ਜਿਹੜੀ ਹੈ ਉਹਨੂੰ ਸਮਝਣੀ ਪਵੇਗੀ ਕਿ ਡਿਊਟੀ ਕੀ, ਰਾਈਟਸ ਕੀ ਹੈ। ਐਮਐਲਏ ਸਾਹਿਬ ਔਰ ਤੁਸੀਂ ਕੋਸ਼ਿਸ਼ ਕਰੋ ਕਿ ਜ਼ਿੰਦਗੀ ਦੇ ਵਿੱਚ ਜੇ ਦੁਬਾਰਾ ਜਿਤਨਾ ਤੇ ਲੋਕਾਂ ਦੀਆਂ ਜਿਹੜੇ ਪ੍ਰੋਬਲਮਸ ਤੁਸੀਂ ਸੁਣਨੀਆਂ ਆ। ਹੁਣ ਸਾਡੀ ਇੱਕ ਵਰਲਡ ਵਾਈਡ ਇਹ ਪ੍ਰੋਗਰਾਮ ਚੱਲ ਰਿਹਾ, ਸਾਡਾ ਇਹ ਪ੍ਰੋਗਰਾਮ ਪਿਛਲੇ 40 ਸਾਲ ਤੋਂ ਆ। ਇਹਦੇ ਵਿੱਚ ਅਸੀਂ ਲੋਕਾਂ ਦੀਆਂ ਫਰਾਡ ਜਿਹੜੀ ਇਸ਼ੂਸ ਨੇ ਉਹਨੂੰ ਲੈ ਕੇ ਆਉਂਦੇ ਆ। ਇੱਕ ਵੱਡਾ ਫਰਾਡ ਹੈ ਜਿਹੜਾ ਕਿ ਸਾਰੇ 70 ਲੱਖ ਦੇ ਵਿੱਚ ਵਿਕਟਮ ਹੈ। ਦੂਜੇ ਪਾਸੇ ਡਿਪਟੀ ਇੰਨਾ ਪ੍ਰੈਸ਼ਰ ਦੇ ਵਿੱਚ ਹੈ ਤੇ ਇਹਨਾਂ ਨੂੰ ਵਿਕਟਮ ਨੂੰ ਕਹਿ ਰਿਹਾ ਤੁਹਾਨੂੰ ਚੁੱਕ ਕੇ ਅੰਦਰ ਦੇ ਦੋ, ਜਦ ਕਿ ਹਾਈ ਕੋਰਟ ਸੁਪਰੀਮ ਕੋਰਟ ਦੇ ਵਿੱਚ ਜੇ ਰੈਟ ਪਾ ਦਿੱਤੇ ਡਿਪਟੀ ਜਿਹੜਾ ਅੰਦਰ ਜਾਓ ਜੇਲ੍ਹ 'ਚ, ਜੱਜ ਸਾਹਿਬ ਹੁਕਮ ਸੁਣਾਉਣਗੇ ਕਿ ਕਿਹੋ ਜਿਹਾ ਇਹ ਕਾਨੂੰਨ ਆ ਔਰ ਕਾਨੂੰਨ ਦੇ ਮੁਤਾਬਕ ਹਰ ਕੰਮ ਕਰਨਾ। ਐਮਐਲਏ ਸਾਹਿਬ ਮੈਨੂੰ ਪੂਰੀ ਆਸ ਹੈ ਹੁਣ 16 ਅਗਸਤ ਤੱਕ ਅਸੀਂ ਇਸ ਸ਼ੋਅ ਨੂੰ ਹੋਲਡ ਕਰਦੇ ਹਾਂ, ਅਦਰਵਾਈਜ਼ ਇਸ ਨੂੰ ਬਾਅਦ ਵਿੱਚ ਪ੍ਰੋਸੀਡ ਕਰਾਂਗੇ ਔਰ ਤੁਸੀਂ ਜ਼ਿੰਮੇਵਾਰੀ ਲਈ ਹੈ ਤੇ ਜ਼ਿੰਮੇਵਾਰੀ ਦੇ ਨਾਲ ਸਾਨੂੰ ਪੂਰੀ ਆਸ ਹੈ ਕਿ ਸਾਨੂੰ ਵੀ ਤੁਹਾਡੇ ਤੇ ਮਾਣ ਹੈ ਕਿ ਤੁਸੀਂ ਇਹਦੀ ਮਦਦ ਕਰੋਗੇ ਕਾਨੂੰਨ ਦੇ ਮੁਤਾਬਕ। ਸੋ 1% ਵੀ ਨਹੀਂ ਹੈ। ਸੋ ਤੁਹਾਡੇ ਤੇ ਕੋਈ ਕਿਸਮ ਦਾ ਦਬਾਅ ਨਹੀਂ, ਚਾਹੇ ਕਿਸੇ ਨੇ ਵੋਟ ਤੁਹਾਨੂੰ ਪਾਈ ਹੈ ਨਹੀਂ ਪਾਈ, ਤੁਸੀਂ ਇਸ ਵੇਲੇ ਐਮਐਲਏ ਸਾਰੇ ਲੋਕਾਂ ਦੇ ਹੋ। ਡਸਨਟ ਮੈਟਰ ਕਿ ਕੋਈ ਨਹੀਂ ਜੀ, ਮੈਂ ਜਿਹੜੇ ਬੰਦਾ ਤੁਹਾਡੀ ਆਵਾਜ਼ ਜਿਹੜੀ ਆ ਮੈਨੂੰ ਇਹ ਨਹੀਂ ਸਮਝ ਆਉਂਦੀ ਕਿ ਕੇਸ ਮੈਂ ਇਸ ਕੇਸ ਨੂੰ ਰਹਿਣ ਤੇ ਆਪ ਗਿਲਟੀ ਫੀਲ ਕਰਦਾ ਵੀ ਕਿਉਂ ਰਿਹਾ। ਤੁਸੀਂ ਗਲਤੀ ਮਹਿਸੂਸ ਕਰਦੇ ਹੋ। ਮਿਹਰਬਾਨੀ, ਮੈਨੂੰ ਬੜਾ ਚੰਗਾ ਲੱਗਾ ਕਿ ਤੁਸੀਂ ਕੋਆਪਰੇਟ ਕੀਤਾ ਮੇਰੇ ਨਾਲ, ਬੜੀ ਮਿਹਰਬਾਨੀ ਬਰਾੜ ਸਾਹਿਬ। ਔਰ ਤੁਸੀਂ 16 ਅਗਸਤ ਨੂੰ 10 ਵਜੇ ਤੁਹਾਡੇ ਦਰਵਾਜ਼ੇ ਤੇ ਹੋਣਗੇ। ਇਹਨਾਂ ਨਾਮ ਸੇਵਕ ਸਿੰਘ ਹੈ ਬਰਕੰਦੀ ਤੋਂ।